सतनाम श्री वाहिगुरु साहिब जी। सलोक नचरा सुख मिष्टं नच भोग रस मिष्टं नच मिष्टं सुख माया मिष्टं साध सांग हार नानक दास मिष्टं प्रभ दर्शनं सलोक राज कपटं रूप कपटं धन कपटं कुल गर्भत है संचंत बिखया छलं छिद्रं नानक बिन हर संग ना चालते राज कपटं रूप कपटं। वाहिगुरु जी का खालसा वाहिगुरु जी की फतेह। कोट ब्रह्मंडां दे मालक जुगो जुगे अटल शब्दा अवतार दसां पातशाहियां दी आत्मक जोत धन धन सतगुरु श्री गुरु ग्रंथ साहिब सच्चे पातशाह जी महाराज जी दी पावन पवित्र हजूरी दे विच जुड़ मिल बैठी गुरु रूप गुरु खालसा सत संगत जीओ। आओ बड़ी प्यार अर सत्कार दे नाल अमृत बाणी हर हर तेरी सुन सुन होवे परमगत मेरी। जलन बुझी शीतल होए मनुआ सतगुर का दर्शन पाए जियो। सतगुरां दी पवित्र अमृत बाणी की कथा विचार व्याख्या सो सरमण करके लाह प्राप्त करो जी। एक बार उच्चारण करो सतनाम श्री वाहिगुरु जी। सतनाम श्री वाहिगुरु साहिब जी। सलोक राज कपटं रूप कपटं। महाराज जैतसरी ਦੀ ਵਾਰ ਦੇ ਵਿੱਚ ਇਹ 10ਵਾਂ ਸ਼ਲੋਕ ਉਚਾਰਨ ਕਰ ਰਹੇ ਹਨ। ਸਵੈ ਲੋਕ ਦੀ ਸਰੂਪ ਰੂਪੀ ਲੋਕ ਦੀ ਪ੍ਰਾਪਤੀ ਕਰਾਉਣ ਵਾਲਾ ਛੰਦ ਸ਼ਲੋਕ ਉਚਾਰਨ ਕਰਦੇ ਨੇ। ਇੱਕ ਸ਼ਲੋਕ ਹੈ, ਦੂਸਰਾ ਮਹੱਲਾ ਹੈ। ਜਿੱਥੇ ਸ਼ਲੋਕ ਸਮਾਪਤ ਹੈ ਦੋ ਪੰਕਤੀਆਂ ਤੋਂ ਇੱਕ ਜਿੱਥੇ ਮਹੱਲਾ ਸਮਾਪਤ ਉੱਥੇ ਦੋ ਪੰਕਤੀਆਂ ਤੋਂ ਬਾਅਦ ਦੂਆ ਅੰਕ ਪਾਇਆ ਹੈ। ਇਸ ਵਾਰ ਦੇ ਵਿੱਚ ਗੁਰੂ ਮਹਾਰਾਜ ਨੇ ਟੋਟਲੀ ਵੈਰਾਗਮਈ ਉਪਦੇਸ਼ ਬਖਸ਼ਿਆ ਹੈ। ਪਾਤਸ਼ਾਹ ਜੀ ਫਰਮਾਉਂਦੇ ਹੈ ਭਾਈ ਰਾਜ ਭਾਗ ਜੋ ਹੈ ਇਹ ਕਪਟੰ ਛਲ ਰੂਪ ਹੈ। ਜਾਂ ਜਿੰਨਾ ਚਿਰ ਛਲ ਫਰੇਬ ਨਾ ਕਰੋ ਉਹਨਾਂ ਚਿਰ ਰਾਜ ਮਿਲਦਾ ਨਹੀਂ ਹੈ। ਝੂਠ ਪਤਾਨ ਮਾਰ ਕੇ ਜ਼ੁਲਮ ਜ਼ਲਮ ਕਰਕੇ ਧੋਖੇ ਦੇ ਨਾਲ ਇੱਕ ਦੂਜੇ ਨੂੰ ਮਾਰ ਕੇ ਫਿਰ ਹੀ ਰਾਜ ਪ੍ਰਾਪਤ ਹੁੰਦਾ ਜਿਵੇਂ ਔਰੰਗੇ ਨੇ ਪਾਇਆ ਸੀ। ਸ੍ਰੀ ਗੁਰੂ ਹਰਿ ਸਾਹਿਬ ਨੂੰ ਕਹਿਣ ਲੱਗਾ ਕਿਹੜੀ ਤੁਸੀਂ ਇਹਨੂੰ ਬਾਦਸ਼ਾਹੀ ਦਿੱਤੀ ਹੈ ਦਾਰਾ ਸ਼ਕੋਹ ਨੂੰ। ਆਖੇ ਜੀ ਬਾਦਸ਼ਾਹੀ ਪਾਤਸ਼ਾਹੀ ਦਿੱਤੀ ਹੈ। ਮਹਾਰਾਜ ਕਹਿੰਦੇ ਉਹਨੂੰ ਚੇਤੇ ਕਰਕੇ ਰਾਤ ਸੋਈ ਸੁੱਤੇ ਪਏ ਨੂੰ ਸੁਪਨਾ ਆਇਆ ਕਿ ਇਹ ਭੰਗੀ ਹੈ, ਇਹਨੇ ਗੰਦਗੀ ਟੋਕਰੇ ਵਿੱਚ ਪਾਈ ਹੋਈ ਹੈ, ਉੱਪਰ ਦੀ ਮੀਂਹ ਪੈ ਰਿਹਾ ਹੈ, ਉਹ ਸਾਰੀ ਚੋਕ ਇਹਦੇ ਮੂੰਹ 'ਚ ਪੈ ਰਹੀ ਹੈ। ਇਹਦੀਆਂ ਅੱਖਾਂ ਭਰ ਗਈਆਂ, ਇਹਨੂੰ ਦਿਖਿਆ ਨਹੀਂ। ਤਿਲਕ ਕੇ ਪੈਰ ਥੱਲੇ ਡਿੱਗ ਪਿਆ, ਟੋਕਰਾ ਮੂਧੜੇ ਮੂੰਹ ਦੇ ਮੂੰਹ 'ਤੇ ਗੰਦਗੀ ਦਾ ਉਹ। ਉਦੋਂ ਇਹਨੂੰ ਜਾਗ ਆ ਗਈ। ਇਉਂ ਜਿਹੜਾ ਦਾਰਾ ਸ਼ਕੋਹ ਸੀਗਾ ਉਹਨੂੰ ਸਵਰਗ ਦਾ ਰਾਜਾ ਬਣਿਆ ਨੇ ਦੇਖਿਆ। ਮਹਾਰਾਜ ਕਹਿੰਦੇ ਵੇਖਿਆ ਪੁੱਤ ਇੱਥੇ ਤਾਂ ਕੁਛ ਵੀ ਨਹੀਂ ਹੈ, ਇਹ ਪਰਲੋਕ ਦੀ ਪਾਤਸ਼ਾਹੀ ਦਿੱਤੀ ਹੈ। ਕਿਉਂਕਿ ਉਹ ਗੁਰਮੁਖ ਸੀਗਾ।
ਉਹਨੇ ਮਹਾਰਾਜ ਕੋਲੋਂ ਮੰਗਿਆ ਹੀ ਕੁਝ ਨਹੀਂ। ਇਸ ਲਈ ਉਹਨੇ ਆਪਣਾ ਪਰਲੋਕ ਦਾ ਭਲਾ ਕਰ ਲਿਆ ਹੈ। ਸੋ ਇੰਜ ਮਹਾਰਾਜ ਕਹਿੰਦੇ ਰਾਜ ਕਪਟੰ, ਕਪਟ ਤੋਂ ਬਗੈਰ ਰਾਜ ਨਹੀਂ ਮਿਲਦਾ। ਔਰੰਗਜ਼ੇਬ ਨੇ ਕਪਟ ਕਰਕੇ ਭਰਾਵਾਂ ਨੂੰ, ਪਿਓ ਨੂੰ ਮਾਰ ਕੇ ਰਾਜ 'ਤੇ ਬੈਠਣਾ ਕੀਤਾ। ਜਾਂ ਇਹ ਸਾਰਾ ਕਪਟੰ ਛਲ ਰੂਪ ਹੈ। ਰੂਪ ਕਪਟੰ ਜਿਹੜਾ ਸੁੰਦਰ ਸਰੂਪ ਹੈ ਉਹ ਵੀ ਛਲ ਰੂਪ ਹੈ। ਮਾਈ ਮਾਇਆ ਛਲ ਤਿਰੰਗੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜ ਕਾ ਜਲ। ਧਨ ਕਾਪਟੰ ਕੁਲ ਗਰਬਤ ਹੈ। ਧਨ ਦੌਲਤ ਵੀ ਛਲ ਰੂਪ ਹੈ ਅਤੇ ਕੁਲ ਵੰਸ਼ ਦਾ ਹੰਕਾਰ ਵੀ ਇਹ ਛਲ ਰੂਪ ਹੀ ਹੈ, ਸਮਝੋ। ਸੰਚੰਤ ਵਿਖਿਆ ਛਲੰ ਛਿਦਰੰ। ਇਹ ਭਾਈ ਜਿਹੜੇ ਪੁਰਖ ਕਈ ਤਰ੍ਹਾਂ ਦੇ ਕਪਟ ਅਤੇ ਦੂਸਰਿਆਂ 'ਤੇ ਦੋਸ਼ ਆਰੋਪ ਕੇ ਮਾਇਆ ਨੂੰ ਇਕੱਤਰ ਕਰਦੇ ਹਨ। ਨਾਨਕ ਬਿਨ ਹਰ ਸੰਗ ਨਾ ਚਾਲਤੇ। ਮਹਾਰਾਜ ਸਾਹਿਬ ਕਥਨ ਕਰਦੇ ਨੇ, ਪਰ ਅੰਤ ਦੇ ਸਮੇਂ ਹਰੀ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਝੂਠੇ ਪਦਾਰਥ ਕਿਸੇ ਦੇ ਵੀ ਪਰਲੋਕ ਨੂੰ ਨਾਲ ਨਹੀਂ ਚੱਲਦੇ, ਨਾਲ ਨਹੀਂ ਜਾਂਦੇ, ਇੱਥੇ ਰਹਿ ਜਾਂਦੇ ਹਨ। ਬਹੁ ਪਰਪੰਚ ਕਰ ਪਰ ਧਨ ਲਿਆਵੇ, ਸੁਤ ਦਾਰ ਪੈ ਆਨ ਲੁਟਾਵੇ। ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪੈ ਲੀਜੈ। ਛਿਨ ਛਿਨ ਤਨ ਸੀਜੈ ਜਰੈ ਜਨਾਵੈ, ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੈ। ਜਦੋਂ ਤੂੰ ਬਜ਼ੁਰਗ ਹੋ ਗਿਆ ਤਾਂ ਤੇਰੇ ਬੁੱਕ ਵਿੱਚ ਕਿਸੇ ਪਾਣੀ ਨਹੀਂ ਪਾਉਣਾ। ਤੂੰ ਛਲ ਫਰੇਬ ਕਰਕੇ, ਠੱਗੀਆਂ ਟੋਰੀਆਂ ਮਾਰ ਕੇ ਆਪਣੇ ਪਰਿਵਾਰ ਦੀ ਪਾਲਣਾ ਪੋਸ਼ਣਾ ਕਰ ਰਿਹਾ। ਵਾਲਮੀਕ ਨੂੰ ਸੰਤਾਂ ਨੇ ਇੱਕੋ ਹੀ ਗੱਲ ਸਮਝਾਈ ਸੀ ਕਿ ਜਿਨ੍ਹਾਂ ਲਈ ਕਰਦਾ ਉਹ ਤੇਰੇ ਪਾਪ 'ਚੋਂ ਵੀ ਹਿੱਸਾ ਬਣਾਉਣਗੇ। ਕਹਿੰਦੇ ਜੀ ਕਿਉਂ ਨਹੀਂ ਬਣਾਉਣਗੇ, ਜਦ ਬਹਿ ਕੇ ਇਕੱਠੇ ਖਾਂਦੇ ਨੇ ਹਿੱਸਾ ਵੀ ਬਣਾਉਣਗੇ। ਮਰ ਕਹਿੰਦੇ ਇੱਕ ਵਾਰ ਪੁੱਛ ਕੇ ਤਾਂ ਦੇਖ। ਉਹ ਕਹਿਣ ਲੱਗੇ ਕਿ ਅਸੀਂ ਹਿੱਸਾ ਕਿਉਂ ਬਣਾਵਾਂਗੇ। ਮਾਂ ਪਿਓ ਕਹਿਣ ਲੱਗੇ ਤੂੰ ਜਦ ਬੱਚਾ ਸੀ ਤਾਂ ਅਸੀਂ ਤੇਰੀ ਪਾਲਣਾ ਕੀਤੀ, ਹੁਣ ਤੂੰ ਵੱਡਾ ਹੋ ਗਿਆ, ਸਾਡੀ ਵੱਲੋਂ ਭਾਵੇਂ ਤੂੰ ਦਿਹਾੜੀ ਕਰ, ਮਿਹਨਤ ਮਜ਼ਦੂਰੀ ਕਰਕੇ ਸਾਨੂੰ ਖਿਲਾ। ਅਸੀਂ ਤੈਨੂੰ ਕਦ ਕਿਹਾ ਵੀ ਤੂੰ ਡਾਕੇ ਮਾਰ, ਜਿਸ ਤਰ੍ਹਾਂ ਮਰਜ਼ੀ ਜਿੱਥੋਂ ਮਰਜ਼ੀ ਲਿਆ ਕੇ ਖਵਾ, ਪਰ ਅਸੀਂ ਤੇਰਾ ਹਿੱਸਾ ਨਹੀਂ ਵੰਡਾਵਾਂਗੇ। ਘਰ ਵਾਲੀ ਕਹਿਣ ਲੱਗੀ ਵੀ ਵੇਖ ਪਤੀ ਜੀ, ਬੀਬੀਆਂ ਤਾਂ ਘਰ ਦੇ ਵਿੱਚ ਰਹਿੰਦੀਆਂ ਨੇ ਅਤੇ ਪਤੀ ਉਹੀ ਬਾਹਰੋਂ ਕਮਾਈ ਕਰਕੇ ਲਿਆਉਂਦੇ ਨੇ। ਮੈਨੂੰ ਤਾਂ ਮੇਰੇ ਮਾਂ ਪਿਓ ਨੇ ਤੇਰੇ ਲੜ ਲਾਇਆ ਹੈ, ਤੇਰਾ ਫਰਜ਼ ਹੈ ਮੈਨੂੰ ਲਿਆ ਕੇ ਲੋੜਵੰਦੀ ਵਸਤੂ ਦੇਣੀ, ਜਿੱਥੋਂ ਮਰਜ਼ੀ ਲਿਆ ਕੇ ਦੇ, ਮੈਂ ਕਿਉਂ ਤੇਰਾ ਹਿੱਸਾ ਮਨਾਵਾਂਗੇ। ਬੱਚਿਆਂ ਨੂੰ ਪੁੱਛਿਆ, ਬੱਚੇ ਕਹਿਣ ਲੱਗੇ ਵੀ ਵੇਖ ਅਸੀਂ ਹਾਂ ਜੇ ਛੋਟੇ, ਜਦ ਵੱਡੇ ਹੋਵਾਂਗੇ ਤਾਂ ਫਿਰ ਅਸੀਂ ਤੇਰੀ ਸੰਭਾਲ ਕਰਾਂਗੇ। ਇਹ ਤਾਂ ਨਿਯਮ ਹੈ, 16-18 ਸਾਲ ਤੱਕ ਤਾਂ ਤੂੰ ਸਾਨੂੰ ਸੰਭਾਲ। ਇੰਜ ਜਿਹੜਾ ਤੂੰ ਛਲ ਕਰਕੇ, ਫਰੇਬ ਕਰਕੇ ਪਰਿਵਾਰ ਨੂੰ, ਟੱਬਰ ਟੋਰ ਨੂੰ ਪਾਲਦਾ ਹੈ, ਅੰਤ ਨੂੰ ਲੇਖਾ ਲੀਵੇ ਜੇ ਤਿਲ ਜਿਉਂ ਪੀੜੀ। ਜਿਵੇਂ ਤਿਲ ਕਹਾਣੀ 'ਚ ਪੀੜੀ ਦੇ, ਇਸ ਤਰ੍ਹਾਂ ਤੇਰੀ ਜਿੰਦ ਪਾਸੋਂ ਲੇਖਾ ਲਿਆ ਜਾਣਾ ਹੀ ਹੋ, ਸਮਝ ਕੇ ਰਹਿ। ਅਤੇ ਛਿਦਰੰ, ਜਿਸ ਤਰ੍ਹਾਂ ਕੀੜੀ ਦਾ ਸੁਭਾਅ ਹੁੰਦਾ ਹੈ, ਜਿੰਨਾ ਮਰਜ਼ੀ ਪੱਥਰ ਲੱਗਾ ਹੋਵੇ, ਪੱਕੀ ਫਰਸ਼ ਹੋਵੇ, ਕੀੜੀ ਨੇ ਸੁਰਾਖ ਹੀ ਲੱਭਣਾ ਹੈ, ਸੁਰਾਖ ਲੱਭ ਕੇ ਵਿੱਚ ਪ੍ਰਵੇਸ਼ ਕਰਨਾ ਹੈ। ਇਉਂ ਜਿੰਨੇ ਮਰਜ਼ੀ ਭਾਵੇਂ ਬੰਦੇ ਵਿੱਚ 100 ਗੁਣ ਹੋਣ ਅਤੇ ਇੱਕ ਔਗਣ ਵੇਖ ਕੇ ਉਹਦਾ ਭੰਡੀ ਪ੍ਰਚਾਰ ਸ਼ੁਰੂ ਕਰ ਦੇਣਾ, ਇਹ ਕੀੜੀ ਵਾਲਾ ਸੁਭਾਅ ਹੈ। ਇਹ ਇੱਕ ਮਨ ਨੂੰ ਮੈਲ ਲੱਗੀ ਹੋਈ ਹੈ। ਪਾਤਸ਼ਾਹ ਨੇ 12 ਦੀ ਵਧੀਕ ਵਿੱਚ ਫਰਮਾਇਆ, ਛਲੰ ਛਿਦਰੰ ਕੋਟ ਬਿਘਨੰ। ਛਲ ਕਰਨਾ ਵੀ ਮਨ ਨੂੰ ਮੈਲ ਹੈ,
ਕਿਸੇ ਦੇ ਵਿੱਚ ਔਗਣ ਵੇਖ ਕੇ ਉਹਦਾ ਗਲਤ ਭੰਡੀ ਪ੍ਰਚਾਰ ਕਰਨਾ ਵੀ ਮਨ ਨੂੰ ਮੈਲ ਹੈ। ਅਪਰਾਧੰ ਕਿਲ ਵਿਖਮਲੰ, ਅਪਰਾਧ ਕਰਨਾ ਅਤੇ ਕਿਲ ਵਿਖ ਬੱਜਰ ਪਾਪ ਕਰਨੇ, ਇਹ ਗੁਰੂ ਘਰ ਦੇ ਵਿੱਚ ਮਨ੍ਹਾ ਨੇ। ਖਾਸ ਕਰਕੇ ਉਹਨਾਂ ਲਈ ਜਿਨ੍ਹਾਂ ਸੇਵਾ ਕਰਨੀ ਹੈ, ਜਿਨ੍ਹਾਂ ਮੋਹਤਬਰ ਬਣਨਾ ਹੈ, ਉਹ ਸਮਝ ਕੇ ਰਹਿਣ। ਅਤੇ ਇਸ ਵਾਸਤੇ ਇਹ ਮਨ ਦੀਆਂ ਮੈਲਾਂ ਹਨ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੁਆ ਸਿਆਹੋ, ਖਨਲੀ ਧੋਤੀ ਉਜਲੀ ਨਾ ਹੋਵਈ, ਜੇ ਸੋ ਧੋਵਣ ਪਾਹੋ। ਇੱਕ ਜਨਮ ਦੀ ਨਹੀਂ, ਪਤਾ ਨਹੀਂ ਕਿੰਨੇ 100 ਜਨਮਾਂ ਦੀ ਪਿੱਛੇ ਜਿਹੜੇ ਅਸੀਂ ਭੋਗ ਕੇ ਆਏ ਹਾਂ। ਇਹ ਛਲ ਕਰਨ ਦੀ, ਛਿੱਦਰ ਦੋਸ਼ ਆਰੋਪਣ ਦੀ, ਨਿੰਦਿਆ ਚੁਗਲੀ ਕਰਨ ਦੀ ਮਨ ਨੂੰ ਮੈਲ ਲੱਗੀ ਹੋਈ ਹੈ, ਜਿਸ ਕਰਕੇ ਕਾਲਾ ਸਿਆਹ ਹੋਇਆ ਪਿਆ ਹੈ। ਕੋਲੇ ਦੀ ਵਾਂਗ, ਕੋਲੇ ਨੂੰ ਜਿੰਨਾ ਮਰਜ਼ੀ ਸਾਬਣ ਨਾਲ ਧੋਵੋ ਕਦੀ ਸਾਫ਼ ਨਹੀਂ ਹੋ ਸਕਦਾ। ਇਉਂ ਡਾਕਟਰ ਭਾਈ ਵੀਰ ਸਿੰਘ ਨੇ ਮਨ ਦੀ ਹਾਲਤ ਲਿਖੀ ਹੈ, ਕਹਿੰਦੇ ਕੋਲੇ ਦੀ ਤਰ੍ਹਾਂ ਹੈ। ਸਾਬਣ ਲਾਲਾ ਧੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ, ਖੁੰਭ ਚਾੜ ਰੰਗਣ ਵੀ ਧਰਿਆ, ਰੂਪ ਨਾ ਉਸ ਵਟਾਇਆ। ਕਾਲੇ ਕੋਇਲੇ ਨੂੰ ਕਿਸੇ ਨੇ ਚੰਗੀ ਤਰ੍ਹਾਂ ਸਾਬਣ ਲਾ ਲਾ ਕੇ ਧੋ ਕੇ ਸਾਫ਼ ਕੀਤਾ, ਦੁੱਧ ਅਤੇ ਦਹੀਂ ਦੇ ਵਿੱਚ ਉਹਨੂੰ ਧੋਤਾ, ਫਿਰ ਖੁੰਭ ਚਾੜ ਕੇ ਉਹਨੂੰ ਰੰਗ ਵੀ ਦਿੱਤਾ, ਪਰ ਉਹ ਨਿਕੰਮਾ ਕਾਲੇ ਦਾ ਕਾਲਾ ਹੀ ਸੀਗਾ, ਉਹਦੇ ਵਿੱਚੋਂ ਕਾਲਖ ਹੀ ਨਿਕਲਦੀ ਰਹੀ। ਇੰਝ ਮਨ ਦੀ ਹਾਲਤ ਹੈ। ਜਪ ਤਪ ਪੁੰਨ ਦਾਨ ਕਰਮ ਧਰਮ, ਕਰਮ ਧਰਮ ਪਾਖੰਡ ਜੋ ਦੀਸੈ, ਤਿਨ ਜਮ ਜਾਗਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੈ। ਜਿੰਨੇ ਕਰਮ ਧਰਮ ਨੇ, ਦਾਨ ਪੁੰਨ ਜਪ ਤਪ ਨੇ, ਸਭ ਜਮ ਜਾਕਾਤੀ ਟੈਕਸੀ ਮਸੂਲੀਏ, ਪਰ ਲੋਕ ਦੇ ਰਸਤੇ ਲੁੱਟ ਲੈਂਦੇ ਨੇ। ਬੰਦੇ ਨੂੰ ਖਾਲੀ ਹੱਥ ਹੀ ਪਰ ਲੋਕ ਨੂੰ ਜਾਣਾ ਪੈਂਦਾ ਹੈ, ਕੁਛ ਵੀ ਪੱਲੇ ਨਹੀਂ ਪੈਂਦਾ। ਇਸ ਲਈ ਮਹਾਰਾਜ ਨੇ ਆਖਿਆ, ਪੁੰਨ ਦਾਨ ਜਪ ਤਪ ਜੇਤੇ, ਸਭ ਉਪਰ ਨਾਮ, ਹਰ ਹਰ ਰਸਨ ਜੋ ਜਪੈ, ਤਿਸ ਪੂਰਨ ਕਾਮ। ਜਿੰਨੇ ਦਾਨ ਨੇ, ਪੁੰਨ ਨੇ, ਜਪ ਤਪ ਨੇ, ਸਭ ਤੋਂ ਉੱਪਰ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ। ਜਿਹੜਾ ਵੀ ਪੁਰਸ਼ ਪ੍ਰੇਮਾ ਭਗਤੀ ਦੇ ਸਹਿਤ ਵਾਹਿਗੁਰੂ ਨਾਮ ਨੂੰ ਜਪਦਾ ਹੈ, ਉਹਦੀਆਂ ਸਾਰੀਆਂ ਕਾਮਨਾਵਾਂ, ਸਾਰੇ ਕੰਮ ਉਸਦੇ ਵਾਹਿਗੁਰੂ ਪੂਰੇ ਕਰ ਦਿੰਦਾ ਹੈ। ਤੋ ਇਹ ਜਿਹੜੀ ਮਨ ਦੀ ਮੈਲ ਹੈ, ਛਲ ਦੀ, ਛਿੱਦਰ ਦੀ, ਕਿਲ ਵਿਖ ਬੱਜਰ ਪਾਪ ਦੀ, ਤੇ ਆਗ ਲਗਾਏ ਵਿਖ ਦੇਵਈ, ਸ਼ਸਤਰਹੀਨ ਕੋ ਮਾਰ, ਧਨ ਦਾਰਾ ਭੂਮੀ ਹਿਰੇ, ਅਤ ਤਾਈ ਦੋ ਚਾਰ। ਇਹ ਜਿਹੜੇ ਅਤ ਤਾਈ 6 ਪਾਪ ਨੇ, ਇਹਨਾਂ ਦੀ ਮੈਲ ਜੋ ਉਤਰਨੀ ਬੜੀ ਮੁਸ਼ਕਿਲ ਹੈ, ਜਿਹੜੀ ਜਨਮਾਂ ਜਨਮਾਂਤਰਾਂ ਦੀ ਮਨ ਨੂੰ ਚੰਬੜੀ ਹੋਈ ਹੈ, ਇਹ ਧੁਰ ਕੀ ਬਾਣੀ ਹੀ ਉਤਾਰਨ ਨੂੰ ਸਮਰੱਥ ਹੈ। ਜਿਹੜਾ ਘਰ ਆਪਾਂ 15-20 ਦਿਨ ਬਾਹਰ ਰਹਿ ਆਈਏ ਅਤੇ ਆਉਂਦਿਆਂ ਸਾਰੀ ਕਹੀਏ ਕਿ ਇੱਕੋ ਦਿਨ ਹੀ ਘਰ ਸਾਫ਼ ਕਰ ਲਈਏ, ਬੜੀ ਮੁਸ਼ਕਿਲ ਹੋ ਜਾਏਗੀ। ਇੱਕ ਤਾਂ ਬਾਹਰੋਂ ਆਏ ਹਾਂ, ਨਹਾਈਏ ਧੋਈਏ, ਕੱਪੜੇ ਸਾਫ਼ ਕਰੀਏ ਕਿ ਘਰ ਨੂੰ ਸਾਫ਼ ਕਰੀਏ, ਇੱਕੋ ਦਿਨ 'ਚ ਨਹੀਂ ਕੁਛ ਵੀ ਹੋਏਗਾ। ਹੌਲੀ ਹੌਲੀ ਪਹਿਲਾਂ ਝਾੜੂ ਫੇਰ ਲਿਆ, ਫਿਰ ਹੌਲੀ ਹੌਲੀ ਲੀਰ, ਅਤੇ ਫਿਰ ਸ਼ੀਸ਼ੇ ਸਾਫ਼ ਕਰ ਲਏ। ਕਰਦਿਆਂ ਕਰਾਉਂਦਿਆਂ ਮਸਾਂ ਹੀ ਹਫ਼ਤੇ 10 ਦਿਨਾਂ 'ਚ ਆਪਾਂ ਸਾਫ਼ ਕਰ ਪਾਉਂਦੇ ਹਾਂ। ਜੇ ਸੋਚੀਏ ਵੀ ਅੱਜ ਗੁਰਦੁਆਰੇ ਆਈਏ ਅਤੇ ਕੱਲ੍ਹ ਨੂੰ ਮਹਾਰਾਜ ਸਾਨੂੰ ਬ੍ਰਹਮ ਗਿਆਨੀ ਬਣਾ ਦੇ, ਮੇਰੇ ਵਰਗੇ ਤਾਂ ਇੰਨੇ ਕਾਹਲੇ ਨੇ ਕਿ ਸਿਰ 'ਤੇ ਰੁਮਾਲ ਵੀ ਨਾ ਲੈਣਾ ਪਏ। ਭੈਣਾਂ ਸੋਚਦੀਆਂ ਵੀ ਚੁੰਨੀ ਵੀ ਨਾ ਲੈਣੀ ਪਏ, ਅਸੀਂ ਗੇਟ 'ਤੇ ਆਈਏ ਅਤੇ ਮਹਾਰਾਜ ਉੱਥੇ ਖੜ੍ਹਾ ਹੋਵੇ, ਕਿਉਂਕਿ ਸਾਨੂੰ ਕਾਹਲੀ ਬੜੀ ਹੈ।
ਪਹਿਲਾਂ ਲੇਟ ਉੱਠੀਦਾ, ਫਿਰ ਅੱਗੇ ਦੀ ਅੱਗੇ ਨਾਸ਼ਤਾ ਵੀ ਲੇਟ, ਗਾਂ ਕਾਰੋਬਾਰ 'ਤੇ ਵੀ ਲੇਟ ਹੋ ਜਾਈਦਾ। ਫਿਰ ਗੁਰਦੁਆਰੇ ਵੀ ਆਉਣਾ ਜ਼ਰੂਰੀ ਹੈ, ਟਾਈਮ ਹੈ ਕੋਈ ਨਹੀਂ। ਸੋਚੀਦਾ ਵੀ ਮਹਾਰਾਜ ਗੇਟ 'ਤੇ ਹੀ ਖੜ੍ਹਾ ਹੋਵੇ, ਸਰੋਪਾ ਲੈ ਕੇ ਅਤੇ ਗਲ 'ਚ ਸਰੋਪਾ ਪਾ ਦੇ ਅਤੇ ਆਪਾਂ ਲੈ ਕੇ ਗਾਂਹ ਜਾਈਏ। ਧੰਨ ਬਾਬਾ, ਧੰਨ ਬਾਬਾ। 10 ਰੁਪਏ ਉੱਥੋਂ ਹੀ ਫੜ ਲਏ, ਆਪੇ ਹੀ ਪ੍ਰਸ਼ਾਦ ਕਰਾ ਦੇ, ਆਪੇ ਹੀ ਗੋਲਕ 'ਚ ਪਾ ਦੇ। ਇੰਨੀ ਜਲਦੀ ਹੈ। ਇੱਥੇ ਇੱਕ ਮਿੰਟ ਕਿਤੇ ਬਹਿਣਾ ਨਾ ਪਵੇ। ਆਉਂਦਿਆਂ ਸਾਰੀ ਮਹਾਰਾਜ ਮਨ ਨੂੰ ਸਾਫ਼ ਕਰ ਦੇ। ਸਾਧ ਸੰਗਤ ਜੀਓ, ਇੰਜ ਕਿਤੇ ਵੀ ਨਹੀਂ ਲਿਖਿਆ ਹੋਇਆ, ਕਿਸੇ ਗ੍ਰੰਥ 'ਚ, ਕਿਸੇ ਕਿਤਾਬ 'ਚ ਮੈਂ ਤਾਂ ਨਹੀਂ ਪੜ੍ਹਿਆ। ਹੋਰਨਾਂ ਪਾਸੇ ਆਪਾਂ ਟਾਈਮ ਖਰਾਬ ਕਰਦੇ ਹਾਂ। ਕਈ ਵਾਰ ਮੈਂ ਸੋਚਿਆ ਹੈ, ਕਾਹਲੀ ਮੈਂ ਵੀ ਬਥੇਰੀ ਕਰਦਾ ਹਾਂ, ਪਰ ਅੱਗੇ ਟੋਏ ਦੇ ਵਿੱਚ ਹੀ ਡਿੱਗਣਾ ਪੈਂਦਾ ਹੈ। ਕਾਹਲੀ ਅੱਗੇ ਕਹਿੰਦੇ ਟੋਏ, ਅਤੇ ਮੁੜ ਕੇ ਸੋਚੀਦਾ ਵੀ ਇਹਦੇ ਨਾਲੋਂ ਮੱਥਾ ਟੇਕ ਹੀ ਆਉਂਦੇ, ਕੜੀ ਹਾਜ਼ਰੀ ਭਾਰੀ ਆਉਂਦੇ ਅਤੇ ਤਾਂ ਚੰਗਾ ਸੀਗਾ। ਅੱਗੇ ਜਾਂ ਤਾਂ ਕੰਪਿਊਟਰ ਖਰਾਬ ਹੋਊਗਾ ਜਾਂ ਉਹਨੂੰ ਚਲਾਉਣ ਵਾਲਾ ਨਹੀਂ ਆਊਗਾ। ਜੇ ਦੋਵੇਂ ਚੀਜ਼ਾਂ ਪੂਰੀਆਂ ਨੇ ਬੈਂਕ ਦੇ ਵਿੱਚ, ਅਤੇ ਲਾਈਟ ਹੀ ਚਲੀ ਜਾਊਗੀ। ਜੇ ਲਾਈਟ ਵੀ ਹੈਗੀ ਆ ਅਤੇ ਉਹ ਪ੍ਰਿੰਟਰ ਵੀ ਕਹਿੰਦੇ ਚੱਲ ਨਹੀਂ ਰਿਹਾ। ਕਿਤੇ ਵੀ ਜਾਓ, ਲਾਈਨ 'ਚ ਖੜ੍ਹੇ ਖੜੋ ਅਤੇ ਸੁੱਕ ਜਾਏਗਾ, ਵਾਰੀ ਹੋਈ ਨਹੀਂ ਆਉਂਦੀ। ਅੱਜ ਕੱਲ੍ਹ ਤਾਂ ਹੋਰ ਮੌਸਮ ਖਰਾਬ ਹੋ ਗਿਆ। ਬੜੀਆਂ ਜਗ੍ਹਾ 'ਤੇ ਅਸੀਂ ਸਮਾਂ ਖਰਾਬ ਕਰਦੇ ਹਾਂ। ਜੇ ਗੁਰਦੁਆਰੇ ਆਪਾਂ ਹਾਜ਼ਰੀ ਭਰ ਲਈਏ, ਕਿੰਨਾ ਚੰਗਾ ਹੋਵੇ। ਇੱਥੇ ਸਮਾਂ ਪਾਸ ਨਹੀਂ ਹੁੰਦਾ, ਸਮਾਂ ਖਰਾਬ ਨਹੀਂ ਹੁੰਦਾ। ਸਾਈ ਕੜੀ ਸੁਲੱਖਣੀ ਸਿਮਰਤ ਹਰ ਨਾਮ, ਇੱਥੇ ਸਮਾਂ ਅਰਸਵਾਰ ਸਫਲ ਹੁੰਦੇ ਹਨ। ਅਤੇ ਇਸ ਵਾਸਤੇ ਮਹਾਰਾਜ ਕਹਿੰਦੇ ਨੇ, ਵੱਡ ਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਖੋਈ, ਤਿਨ ਕੀ ਧੂਰ ਨਾਨਕ ਦਾਸ ਬਾਛੈ, ਜਿਨ ਹਰ ਨਾਮ ਹਿਰਦੈ ਪਰੋਈ। ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਬ੍ਰਹਮ ਚੋਟਾਂ ਖਾਵੈ, ਬਿਨ ਭਾਗਾ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਅਸੀਂ 2 ਕੁ ਦਿਨਾਂ 'ਚ ਹੀ ਕਾਹਲੇ ਪੈ ਜਾਂਦੇ ਹਾਂ ਕਿ ਮਹਾਰਾਜ ਨੇ ਸਾਡੀ ਅਰਦਾਸ ਨਹੀਂ ਸੁਣੀ। ਧੰਨ ਬਾਬਾ ਫਰੀਦ ਜੀ ਦਾ ਧਿਆਨ ਧਾਰ ਕੇ ਬੋਲੋ ਜੀ ਸਤਿਨਾਮ ਸ੍ਰੀ ਵਾਹਿਗੁਰੂ। ਜਿਹੜੇ ਛੋਟੀ ਉਮਰ ਤੋਂ ਚੰਗੀ ਮਾਤਾ ਦੀ ਚੰਗੀ ਸਿੱਖਿਆ ਪ੍ਰਾਪਤ ਕਰਕੇ ਨਮਾਜ਼ੀ ਬਣੇ, ਸ਼ੱਕਰ ਦਾ ਲਾਲਚ ਦੇ ਕੇ ਮਾਤਾ ਨੇ ਨਮਾਜ਼ੀ ਬਣਾਇਆ, ਅਤੇ ਬੰਦਗੀ ਕਰਦਿਆਂ ਕਰਦਿਆਂ ਬਾਹਰੋਂ ਚੌਕ 48 ਸਾਲ ਲੰਘ ਗਏ। 12 ਸਾਲ ਤਾਂ ਦਰਖਤਾਂ ਦੇ ਫਲ ਫੁੱਲ ਪੱਤੇ ਧਰੂ ਕੇ ਖਾਂਦੇ ਰਹੇ। ਜਦ ਘਰ ਆਏ, ਮਾਤਾ ਨੇ ਕੇਸੀ ਇਸ਼ਨਾਨ ਕਰਾਇਆ, ਸਿਰ ਦੇ ਵਿੱਚ ਕੰਘਾ ਕਰ ਰਹੇ ਸੀ। ਅੜਚਣੇ ਲਾਉਂਦਿਆਂ ਫਰੀਦ ਜੀ ਨੂੰ ਦਰਦ ਹੋਈ। ਉਹਨੇ ਸੀ ਕੀਤਾ। ਮਾਂ ਕਹਿੰਦੀ, ਪੁੱਤ ਕੀ ਹੋਇਆ? ਕਹਿੰਦਾ, ਮਾਤਾ ਹੌਲੀ ਹੌਲੀ ਕੇਸਾਂ ਨੂੰ ਸਵਾਰ, ਮੈਨੂੰ ਦਰਦ ਹੋ ਰਹੀ ਹੈ, ਕੇਸ ਪੁੱਟੇ ਜਾ ਰਹੇ ਨੇ। ਕਹਿੰਦੀ, ਵਾਹ ਬਈ ਪੁੱਤ, ਜਿਨ੍ਹਾਂ ਦਰਖਤਾਂ ਦੇ ਤੂੰ ਪੱਤਰੇ ਧਰੂ ਕੇ ਖਾਂਦਾ ਰਿਹਾ, ਫਲ ਫਰੂਟ ਖਾਂਦਾ ਰਿਹਾ, ਕਿ ਉਹਨਾਂ ਨੂੰ ਦਰਦ ਨਹੀਂ ਸੀ ਹੁੰਦੀ? ਓਹੋ, ਇਹ ਤਾਂ ਆਪਾਂ ਫੇਲ ਹੋ ਗਏ। 12 ਸਾਲ, ਇਹ ਤਾਂ ਬਹੁਤ ਵੱਡਾ ਗੁਨਾਹ ਕੀਤਾ। ਫਿਰ 12 ਸਾਲ ਕਾਠ ਦੀ ਰੋਟੀ ਪਾ ਕੇ ਤੁਰੇ ਫਿਰਦੇ ਰਹੇ। ਫਰੀਦਾ ਰੋਟੀ ਮੇਰੀ ਕਾਠ ਕੀ, ਲਾਮਣ ਮੇਰੀ ਭੁੱਖ, ਜਿਨ੍ਹਾਂ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ, ਰੁੱਖੀ ਸੁੱਖੀ ਖਾਈ ਕੈ ਠੰਡਾ ਪਾਣੀ ਪੀਓ ਫਰੀਦਾ, ਦੇਖ ਭਰਾਈ ਚੋਪੜੀ ਨਾ ਤਰਸਾਏ ਜੀਓ।
ਢਿੱਡ ਵਿੱਚ ਅੱਗ ਲੱਗਦੀ ਹੈ ਜਦੋਂ ਭੁੱਖ ਲੱਗਦੀ ਹੈ। ਤੁਸੀਂ ਮਹਿਸੂਸ ਕੀਤਾ ਹੋਊਗਾ। ਜ਼ਿਆਦਾ ਖਾ ਲਈਏ ਤਾਂ ਵੀ ਮੈਂ ਸੁਣਿਆ ਕਈਆਂ ਤੋਂ ਵੀ ਇੱਥੇ ਜਲਣ ਜੀ ਹੁੰਦੀ ਹੈ, ਛਾਤੀ 'ਤੇ ਬਹਿ ਜਾਂਦਾ ਸਾਰਾ ਕੁਛ, ਬਦ ਹਜਮੀ ਤੇਜ਼ਾਬ ਬਣ ਜਾਂਦਾ। ਖਾ ਕੇ ਬੈਠੇ ਰਹੀਏ, ਤੁਰੀਏ ਫਿਰੀਏ ਨਾ, ਅਤੇ ਉਹ ਹੈਵੀ ਖਾਣ ਤੋਂ ਤੇਜ਼ਾਬੀ ਮਾਦਾ ਬਣਦਾ, ਤਾਂ ਵੀ ਸਾੜ ਪੈਂਦਾ। ਜੇ ਭੁੱਖ ਲੱਗੀ ਹੋਵੇ ਅਤੇ ਤਾਂ ਵੀ ਢਿੱਡ 'ਚ ਅੱਗ ਲੱਗਦੀ ਹੈ, ਕਿਸੇ ਪਾਸੇ ਵੀ ਪੂਰਾ ਨਹੀਂ ਫਟਦਾ। ਜਦੋਂ ਵੀ ਅੱਗ ਲੱਗਣੀ, ਭੁੱਖ ਲੱਗਣੀ, ਕਹਿੰਦੇ ਬੁੱਲਿਆ ਮੌਤੋਂ ਭੁੱਖ ਬੁਰੀ, ਕੁਛ ਨਾ ਕੁਛ ਤਾਂ ਕਰਨਾ ਪਊਗਾ ਹੀ। ਉਦੋਂ ਫਰੀਦ ਨੇ ਲੱਕੜ ਦੀ ਰੋਟੀ ਨੂੰ ਚੱਕ ਮਾਰ ਲੈਣਾ ਸੰਤੋਖ ਦੇ ਵਿੱਚ, ਉਹ 'ਚ ਹੀ ਸੰਤੋਖ ਕਰਨਾ। ਉਹ ਜਿਹਨੇ ਛਕਾ ਦੇਣੀ ਛਕ ਵੀ ਲੈਣੀ। ਦਰਖਤਾਂ ਦਾ ਫਲ ਫਰੂਟ ਜੇ ਕੋਈ ਥੱਲੇ ਡਿੱਗਾ ਮਿਲ ਜਾਣਾ ਉਹਨੂੰ ਧੋ ਕੇ ਛਕ ਲੈਣਾ। ਦਰਖਤਾਂ ਦੇ ਨਾਲੋਂ ਨਹੀਂ ਤੋੜਨਾ, ਕਿਸੇ ਕੋਲੋਂ ਮੰਗਣਾ ਨਹੀਂ, ਤੋ ਆਪਣੇ ਆਪ ਜਿੱਧਰੋਂ ਸੁਤੇ ਸਿੱਧ ਪ੍ਰਾਪਤ ਹੋ ਜਾਣਾ। ਕਿਸੇ ਨੇ ਪਿਆਰ ਨਾਲ ਸ਼ਰਧਾ ਨਾਲ ਛਕਾਉਣਾ, ਛਕ ਲੈਣਾ, ਨਹੀਂ ਤਾਂ ਲੱਕੜ ਦੀ ਰੋਟੀ ਨੂੰ ਚੱਕ ਮਾਰਨਾ। ਤੋ ਫਰੀਦ ਸਾਹਿਬ ਕਹਿੰਦੇ ਨੇ ਕਿ ਮੇਰੀ ਰੋਟੀ ਕਾਟਦੀ ਹੈ ਅਤੇ ਜਿਹੜਾ ਮੈਨੂੰ ਭੁੱਖ ਲੱਗੀ ਹੈ ਇਹ ਲਾਮਣ ਸਲੂਣਾ ਹੈ। ਜਿਨ੍ਹਾਂ ਚੋਪੜੀ ਵਿਸ਼ੇ ਵਿਕਾਰਾਂ ਵਾਲੀ, ਰਿਸ਼ਵਤ ਵੱਡੀ ਖੋਰੀ ਵਾਲੀ ਰੋਟੀ ਖਾਧੀ ਹੈ, ਜਿਨ੍ਹਾਂ ਦਾ ਮਨ ਸਹੀ ਨਹੀਂ, ਉਹਨਾਂ ਦੇ ਹੱਥ ਤੋਂ ਛਕਿਆ। ਤੋ ਛਲ ਫਰੀਬ ਦੇ ਨਾਲ ਇਹਦਾ ਮਤਲਬ ਹੈ ਚੋਪੜੀ ਸੋ ਘਣੇ ਸਹਿਣਗੇ ਦੁੱਖ, ਬਹੁਤੇ ਦੁੱਖ ਸਹਾਰਨਗੇ। ਭਾਵ ਕਬੀਰ ਭਲੀ ਮਧੁਕਰੀ, ਨਾਨਾ ਬਿਦ ਕੋ ਨਾਜ, ਦਾਵਾ ਕਾਹੂ ਕੋ ਨਹੀਂ, ਬੜਾ ਦੇਸ ਬੜ ਰਾਜ। ਕਬੀਰ ਭਲੀ ਮਧੁਕਰੀ। ਅਤੇ ਕਬੀਰ ਸਾਹਿਬ ਜੀ ਨੇ ਆਖਿਆ ਵੀ ਮੰਗ ਕੇ ਖਾਣਾ ਚੰਗਾ ਭਾਈ, ਡਾਲੀ ਕਰਕੇ ਗਜਾ ਕਰਕੇ। ਕਬੀਰ ਖੂਬ ਖਾਨਾ ਖੀਚਰੀ, ਜਾਂ ਮੈਂ ਅੰਮ੍ਰਿਤ ਲੋਣ, ਖਿਚੜੀ ਚੰਗੀ ਹੈ। ਹੀਰਾ ਰੋਟੀ ਕਾਰਨੇ, ਗਲਾ ਕਟਾਵੇ ਕੌਣ। ਸ਼ਿਕਾਰ ਦੀ ਰੋਟੀ ਲਈ ਕੌਣ ਗਲਾ ਕਟਾਵੇ ਭਾਈ। ਸੋ ਬਾਬਾ ਫਰੀਦ ਸਾਹਿਬ ਜੀ 12 ਸਾਲ ਇਸ ਤਰ੍ਹਾਂ ਤੁਰੇ ਫਿਰਦੇ ਰਹੇ, ਅਰਦਾਸ ਕਰਦੇ ਰਹੇ। ਫਰੀਦਾ ਬਾਰ ਪਰਾਇਆ ਬੈਸਣਾ, ਸਾਈਂ ਮੁਝੇ ਨਾ ਦੇ। ਹੇ ਮੇਰੇ ਸਾਈਂ, ਹੇ ਮੇਰੇ ਮਾਲਕਾ, ਪਰਾਏ ਦੀਆਂ ਬਰੂਹਾਂ 'ਤੇ ਮੈਨੂੰ ਬੈਠਣਾ ਨਾ ਦੇ, ਕਿਸੇ ਕੋਲ ਮੰਗਣਾ ਨਾ ਪਵੇ। ਫਰੀਦਾ ਬਾਰ ਪਰਾਇਆ ਬੈਸਣਾ, ਸਾਈਂ ਮੁਝੇ ਨਾ ਦੇ। ਜੇ ਤੂੰ ਇਹ ਵੈ ਰੱਖਸੀ ਜੀਓ ਸਰੀਰੋ ਲੈ, ਜੇ ਤੂੰ ਸਾਨੂੰ ਇੰਝ ਹੀ ਰੱਖਣਾ ਹੈ ਤਾਂ ਸਾਡਾ ਜੀਵਾਤਮਾ, ਸਾਡਾ ਸਰੀਰ ਤੂੰ ਲੈ ਲਾ। ਮੰਗ ਕੇ ਖਾਣ ਦਾ ਜ਼ਿੰਦਗੀ ਦਾ ਕੀ ਲਾਭ ਹੋਇਆ। ਇੰਨੇ ਸਟਿਕ ਸੀ ਆਪਣੀ ਮਰਿਆਦਾ ਧਰਮ ਦੇ ਵਿੱਚ। ਇਉਂ 12 ਸਾਲ ਪੱਤਰੇ ਅਤੇ ਫਲੂਟ ਧੂ ਕੇ ਖਾਂਦੇ ਰਹੇ ਅਤੇ 12 ਸਾਲ ਕਾਠ ਦੀ ਰੋਟੀ ਪਾ ਕੇ ਤੁਰੇ ਫਿਰਦੇ ਰਹੇ। 24 ਸਾਲ ਫਿਰ ਵੀ ਵਾਹਿਗੁਰੂ ਦੀ ਪ੍ਰਾਪਤੀ ਨਾ ਹੋਈ। ਉਹ ਸਾਖੀ ਆਉਂਦੀ ਹੈ ਕਿ ਖੂਹ 'ਤੇ ਪਾਣੀ ਪੀਣ ਗਏ, ਇੱਕ ਬੀਬੀ ਭੈਣ ਪਾਣੀ ਕੱਢਦੀ ਅਤੇ ਮਣੇ 'ਤੇ ਪਾਈ ਜਾਂਦੀ। ਫਰੀਦ ਕਹਿਣ ਲੱਗਾ, ਭੈਣਾ ਮੈਨੂੰ ਪਾਣੀ ਪਿਆ ਦੇ, ਮੈਨੂੰ ਪਿਆਸ ਲੱਗੀ ਹੈ। ਉਹਨੇ ਨਾ ਤਾਂ ਵੇਖਿਆ ਫਰੀਦ ਵੱਲ ਅਤੇ ਨਾ ਹੀ ਉਹਨੇ ਗੱਲ ਸੁਣੀ ਅਣਸੁਣੀ ਕਰ ਦਿੱਤੀ। ਬਾਲਟੀਆਂ ਕੱਢੀ ਜਾਏ ਅਤੇ ਡੋਲੀ ਜਾਏ, ਕੱਢੀ ਜਾਏ ਡੋਲੀ ਜਾਏ। ਕਹਿਣ ਲੱਗਾ, ਭੈਣਾ ਮੈਂ ਤੈਨੂੰ ਕਿਹਾ ਮੈਨੂੰ ਤੇਹ ਲੱਗੀ ਹੈ, ਤੂੰ ਡੋਲੀ ਜਾ ਰਹੀ ਹੈ। ਚੰਗੀ ਤੋਂ ਬੀਬੀ ਮੇਰੀ ਗੱਲ ਹੀ ਨਹੀਂ ਸੁਣਦੀ, ਮੈਨੂੰ ਪਿਆਸ ਲੱਗੀ, ਬੁੱਕ ਪਾਣੀ ਦਾ ਪਾ। ਉਹਨੇ ਚੰਗੀ ਤਰ੍ਹਾਂ ਨੀਝ ਲਾ ਕੇ ਤੱਕਿਆ, ਫਿਰ ਪਾਣੀ ਕੱਢਿਆ, ਫਿਰ ਡੋਲਤਾ। ਉਹ ਆਪਣਾ ਕੰਮ ਕਰੀ ਜਾ ਰਹੀ ਹੈ। ਅਤੇ ਫਰੀਦ ਸਾਹਿਬ ਰੋਹ ਦੇ ਵਿੱਚ ਆਏ, ਕਹਿਣ ਲੱਗੇ ਤੈਨੂੰ ਸੁਣਦਾ ਨਹੀਂ, ਮੈਂ ਤੈਨੂੰ ਸੁਣਾਵਾਂ। ਕਹਿਣ ਲੱਗੀ, ਸੰਤ ਜੀ ਇਹ ਚਿੜੀਆਂ ਨਹੀਂ ਵੀ ਜਦੋਂ ਕਿਹਾ ਅਤੇ ਮਰ ਜਾਣ ਅਤੇ ਜਦੋਂ ਕਿਹਾ ਅਤੇ ਜਿਉਂਦੀਆਂ ਹੋ ਜਾਣ। ਦਰੱਖਤ ਦੇ ਹੇਠਾਂ ਬੈਠੇ ਸੀਗੇ, ਤਪ ਕਰ ਰਹੇ। ਚਿੜੀਆਂ ਬੜੀਆਂ ਰੌਲਾ ਪਾ ਰਹੀਆਂ, ਉਹਨਾਂ ਦਾ ਸੁਭਾਅ ਹੀ ਇਸ ਤਰ੍ਹਾਂ ਦਾ, ਰੱਬ ਨੇ ਜੂਨ ਹੀ ਇਸ ਤਰ੍ਹਾਂ ਦੀ ਬਣਾਈ ਹੈ। ਹੁਣ ਜੇ ਕੁੱਤੇ ਨੂੰ ਕਹਾਂਗੇ ਵੀ ਤੂੰ ਭੌਂਕ ਨਾ,
ਕਈ ਮੇਰੇ ਵਰਗੇ ਮੂਰਖ ਸਿਰ ਚਿੱਟ ਮਾਰ ਕੇ ਵਿਚਾਰੇ ਨੂੰ ਮਾਰ ਦਿੰਦੇ। ਕੱਲ੍ਹ ਪਰਸੋਂ ਹੀ ਮੈਂ ਵੇਖਿਆ, ਉਹ ਕਿਸੇ ਦੇ ਬਾਥਰੂਮ 'ਚ ਵੜ ਗਿਆ, ਵੀ ਕਿੱਡਾ ਕੁ ਵੱਡਾ ਗੁਨਾਹ ਹੋ ਗਿਆ। ਉਹ ਜੰਤ ਜੀਵ ਹੀ ਇਹੋ ਜਿਹਾ, ਪਤਾ ਨਹੀਂ ਉਹਦੇ ਸਿਰ 'ਚ ਕੀ ਮਾਰਿਆ, ਉਹ ਵਿਚਾਰਾ ਚੜ੍ਹਾਈ ਹੋਈ ਕਰ ਗਿਆ। ਦੱਸੋ ਇੰਨਾ ਵੀ ਗੁੱਸਾ ਕਾਹਦਾ ਹੋਇਆ ਵੀ ਜੀਵ ਜੰਤੂ ਹੀ ਮਾਰ ਕਤਨ। ਰੱਬ ਨੇ ਜੂਨ ਬਣਾਈ ਹੈ, ਉਹਦਾ ਸੁਭਾਅ ਹੀ ਇਸ ਤਰ੍ਹਾਂ ਦਾ। ਬੰਦੇ ਨਹੀਂ ਹਟਦੇ ਸਾਡੇ ਆਖੇ ਵੀ ਚੁੱਪ ਕਰ ਜਾਓ, ਲਿਖ ਕੇ ਲਾਇਆ ਹੁੰਦਾ ਵੀ ਚੁੱਪ ਦਾ ਦਾਨ ਬਖਸ਼ੋ, ਫਿਰ ਵੀ ਇੰਨਾ ਰੌਲਾ। ਉਹ ਤਾਂ ਫਿਰ ਵੀ ਨਿਰਬੁੱਧ ਜੀਵ ਹੈ। ਚਿੜੀਆਂ ਦਾ ਸੁਭਾਅ ਹੀ ਉਹਨਾਂ ਰੌਲਾ ਪਾਉਣਾ ਹੈ, ਪਰ ਮਨੁੱਖ ਦਾ ਸੁਭਾਅ ਚੰਗਾ ਹੋਵੇ, ਉਹ ਰੌਲੇ ਵਿੱਚੋਂ ਵੀ ਵਾਹਿਗੁਰੂ ਦਾ ਨਾਮ ਸੁਣੇ। ਫਰੀਦ ਸਾਹਿਬ ਦੀ ਅਵਸਥਾ ਵੈਸੇ ਬੜੀ ਉੱਚੀ ਸੀਗੀ, ਕੋਈ ਤਰਕ ਉਹਨਾਂ 'ਤੇ ਨਹੀਂ ਆਪਾਂ ਕਰ ਰਹੇ, ਇੱਕ ਵੈਸੇ ਆਪਣੀ ਵਿਚਾਰ ਕਰ ਰਹੇ ਹਾਂ। ਕਹਿੰਦੇ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ। ਕੋਇਲ ਨੂੰ ਬੋਲਦਾ ਫਰੀਦ ਨੇ ਵੇਖਿਆ, ਉੱਪਰ ਨੂੰ ਵੇਖ ਕੇ ਉਹਦਾ ਰੰਗ ਕਾਲਾ ਵੇਖਿਆ। ਫਰੀਦ ਕਹਿਣ ਲੱਗਾ ਵੀ ਹੇ ਕੋਇਲ, ਬੋਲਦੀ ਤੂੰ ਬੜਾ ਸੋਹਣਾ ਹੈ, ਤੇ ਰੰਗ ਤੇਰਾ ਸਵਾਹ ਵਰਗਾ ਕਾਲਾ ਹੋਇਆ ਪਿਆ, ਕੀ ਹੋ ਗਿਆ ਤੈਨੂੰ? ਸੜ ਕਿਉਂ ਗਈ ਕਿ ਸੌਗਣ ਕਰਕੇ ਤੂੰ ਕਾਲੀ ਹੋਈ ਪਈ ਹੈ? ਜਿਹੜੇ ਸੰਤ ਹੁੰਦੇ ਨੇ, ਕਲਾਕਾਰ ਹੁੰਦੇ ਨੇ, ਉਹ ਲੌਜੀਕਲ ਹੁੰਦੇ ਹਨ। ਉਹ ਹਰੇਕ ਚੀਜ਼ ਵਿੱਚੋਂ ਕੋਈ ਗੁਣ ਗ੍ਰਹਿਣ ਕਰਦੇ ਨੇ, ਕੋਈ ਸਿੱਖਿਆ ਲੈਂਦੇ ਨੇ। ਸਾਡੇ ਵਰਗੇ ਵੇਖ ਕੇ ਲੰਘ ਜਾਂਦੇ ਆ। ਜਿਵੇਂ ਝਰਨਾ ਇੱਛਾ ਬਲ ਤੇ ਡੂੰਘੀਆਂ ਛਾਵਾਂ, ਇੱਕ ਮੈਂ ਕਵਿਤਾ ਪੜ੍ਹੀ ਸੀ, ਕਵਿਤਾ ਅਤੇ ਵਾਰਤਕ ਕਿਤਾਬ ਸਾਨੂੰ ਮੈਟ੍ਰਿਕ ਦੇ ਸਿਲੇਬਸ 'ਚ ਲੱਗੀ ਹੁੰਦੀ। ਡਾਕਟਰ ਭਾਈ ਵੀਰ ਸਿੰਘ ਦਾ ਇਹਦੇ 'ਚ ਜ਼ਿਕਰ ਹੈ, ਉਹਨੇ ਇਹ ਕਵਿਤਾ ਲਿਖੀ। ਅਤੇ ਛਾਵਾਂ ਪਈਆਂ, ਭਾਈ ਵੀਰ ਸਿੰਘ ਜੀ ਪਾਰਕ ਦੇ ਵਿੱਚ ਝਰਨਾ ਇੱਛਾ ਬਲ ਦੇ ਨਜ਼ਦੀਕ ਖੜ੍ਹੇ ਉਹਦੇ ਵੱਲ ਵੇਖ ਰਹੀ ਸੀ। ਅਤੇ ਜਿਹੜੇ ਸੰਤ ਮਹਾਂਪੁਰਖ ਹੁੰਦੇ ਨੇ, ਉਹਨਾਂ ਦੀ ਸੋਚ ਵਾਹਿਗੁਰੂ ਵੱਲ ਹੁੰਦੀ ਹੈ। ਉਹਨੇ ਝਰਨੇ ਨੂੰ ਮੁਖਾਤਬ ਕਰਕੇ ਕਿਹਾ, ਭਾਈ ਵੀਰ ਸਿੰਘ ਨੇ, ਕਿ ਇਹ ਝਰਨਿਆਂ, ਜਿਹੜੇ ਪਾਰਕ ਵਿੱਚ ਘੁੰਮਣ ਵਾਲੇ ਵਿਜ਼ਿਟਰ ਆਏ ਸੀਗੇ, ਉਹ ਵੀ ਚਲੇ ਗਏ ਆਪੋ ਆਪਣੇ ਘਰਾਂ ਨੂੰ। ਜਿਹੜੇ ਪੰਛੀ ਸੀਗੇ, ਉਹ ਵੀ ਆਪੋ ਆਪਣੇ ਆਲ੍ਹਣਿਆਂ ਨੂੰ ਚਲੇ ਗਏ। ਤੂੰ ਅਜੇ ਵੀ ਚੱਲੀ ਜਾ ਰਿਹਾ, ਚੱਲੀ ਜਾ ਰਿਹਾ, ਤੂੰ ਕਿਉਂ ਨਹੀਂ ਬੰਦ ਹੋਇਆ? ਉਹ ਕਹਿਣ ਲੱਗਾ, ਭਾਈ ਵੀਰ ਸਿੰਘ ਜੀ, ਸਾਰੇ ਲੋਕ ਆਪੋ ਆਪਣੀ ਮੰਜ਼ਿਲ 'ਤੇ ਪਹੁੰਚ ਗਏ ਨੇ, ਪਰ ਮੈਨੂੰ ਮੰਜ਼ਿਲ ਨਹੀਂ ਮਿਲੀ। ਮੈਂ ਮੰਜ਼ਿਲ 'ਤੇ ਪਹੁੰਚ ਕੇ ਹੀ ਬੰਦ ਹੋਵਾਂਗਾ। ਨੇਹੋਂ ਵਾਲੇ ਨੈਣਾ ਕੀ ਨੀਂਦਰ, ਉਹ ਦਿਨੇ ਰਾਤ ਪਏ ਬਹਿੰਦੇ। ਜਿਨ੍ਹਾਂ ਨੇਤਰਾਂ ਦੇ ਵਿੱਚ, ਜਿਨ੍ਹਾਂ ਅੱਖਾਂ ਦੇ ਵਿੱਚ ਨੇਹ ਹੈ, ਪ੍ਰੇਮ ਹੈ, ਵੈਰਾਗ ਹੈ, ਵਿਛੋੜੇ ਦੀ ਤੜਪ 'ਤੇ ਤਾਂਘ ਹੈ, ਜਿਨ੍ਹਾਂ ਰੱਬ ਨੂੰ ਮਿਲਣਾ ਹੈ, ਉਹ ਦਿਨ ਅਤੇ ਰਾਤ ਵਹਿੰਦੇ ਨੇ। ਮੈਂ ਆਪਣੇ ਪਿਆਰੇ ਸਮੁੰਦਰ ਦੇ ਨਾਲੋਂ ਵਿਛੜਿਆ ਹੋਇਆ ਹਾਂ। ਜਿਹੜਾ ਪਾਣੀ ਹੈ, ਸੂਰਜ ਦੀ ਤਪਸ਼ ਤੋਂ ਭਾਫ ਬਣ ਕੇ ਉੱਪਰ ਬੱਦਲ ਬਣ ਕੇ ਉੱਡਦਾ ਹੈ, ਉਹੀ ਮੁੜ ਕੇ ਫਿਰ ਬਾਰਿਸ਼ ਬਣ ਕੇ ਨਦੀਆਂ ਨਾਲਿਆਂ 'ਚ ਇਕੱਠਾ ਹੁੰਦਾ, ਅਤੇ ਉਹ ਪਾਣੀ ਫਿਰ ਸਮੁੰਦਰ 'ਚ ਪੈ ਕੇ ਸਥਿਰ ਹੋ ਜਾਂਦਾ। ਜਿੰਨਾ ਚਿਰ ਸਮੁੰਦਰ 'ਚ ਨਾ ਵਏ, ਉਹਨਾਂ ਚਿਰ ਵਗਦਾ ਰਹਿੰਦਾ, ਵਗਦਾ ਰਹਿੰਦਾ। ਕਈ ਮਾਰੂਥਾਲ ਰੇਗਿਸਤਾਨ ਇਲਾਕਿਆਂ 'ਚ ਜਜ਼ਬ ਹੋ ਜਾਂਦੇ ਨੇ ਨਦੀਆਂ ਨਾਲੇ, ਅਤੇ ਕਈ ਵਗਦੇ ਵਗਦੇ ਸਮੁੰਦਰ ਜਾ ਕੇ ਸਥਿਰ ਹੋ ਜਾਂਦੇ। ਇਉਂ ਸਾਡੇ ਵਰਗੇ ਜੀਵ ਆਤਮਾ ਰੱਬ ਨਾਲੋਂ ਵਿਛੜ ਕੇ ਵਿਸ਼ਿਆਂ ਵਿਕਾਰਾਂ 'ਚ ਜਜ਼ਬ ਹੋ ਜਾਂਦੇ। ਪਰ ਜਿਹੜੇ ਮਹਾਂਪੁਰਖ ਨੇ, ਆਤਮ ਰਸ ਜੇ ਜਾਨਹੀ ਸੋ ਹੈ ਖਾਲਸ ਦੇ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾ ਹਿਨ ਬੇ, ਪ੍ਰਭੂ 'ਚ ਭੇਦ ਹੋ ਜਾਂਦੇ। ਕੋਇਲ ਵਿਚਾਰੀ ਨੂੰ ਫਰੀਦ ਦੀ ਰਮਜ ਦਾ ਕੀ ਪਤਾ? ਉਹ ਤਾਂ ਇੱਕ ਨਿਰਬੁੱਧ ਪੰਛੀ ਹੈ, ਪਰ ਫਰੀਦ ਨੇ ਸਾਨੂੰ ਸਮਝਾਉਣ ਖਾਤਰ ਇਹ ਸ਼ਬਦ ਉਚਾਰਿਆ। ਕੋਇਲ ਨੇ ਭਲਾ ਕੀ ਜਵਾਬ ਦਿੱਤਾ? ਕੋਇਲ ਵੈਸੇ ਬੋਲੂਗੀ ਥੋੜ੍ਹਾ, ਉਹ ਤਾਂ ਫਰੀਦ ਦਾ ਆਪਣਾ ਹੀ ਦਿਮਾਗ ਆ, ਆਪਣੀ ਸੋਚ ਹੈ, ਆਪੇ ਹੀ ਸਵਾਲ ਤੇ ਆਪੇ ਉੱਤਰ ਦੇ ਰਹੇ ਨੇ। ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕੇ ਹੋਂ ਬਿਰਹਿ ਜਾਲੀ। ਇਹ ਫਰੀਦ,
ਕੋਇਲ ਨੇ ਕਿਹਾ ਕਿ ਮੈਂ ਆਪਣੇ ਪਿਆਰੇ ਦੇ ਵਿਛੋੜੇ ਵਿੱਚ ਸੜੀ ਹੋਈ ਹਾਂ। ਮੇਰਾ ਰੰਗ ਆਪਣੇ ਪਿਆਰੇ ਦੇ ਵਿਛੋੜੇ ਵਿੱਚ ਕਾਲਾ ਸਿਆ ਹੋਇਆ ਪਿਆ ਹੈ। ਇਉਂ ਫਰੀਦ ਸਾਹਿਬ ਨੇ ਫਰੀਦਾ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡੈ ਕਾਗ ਅਜੈ ਸੋ ਰੱਬ ਨਾ ਬੌੜਿਓ ਦੇਖ ਬੰਦੇ ਕੇ ਭਾਗ। ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ ਇਹ ਦੋਏ ਨੈਣਾ ਮਤ ਸ਼ੋਹੋ ਫਿਰ ਦੇਖਣ ਕੀ ਆਸ। ਬੁੱਢਾ ਹੋਆ ਸ਼ੇਖ ਫਰੀਦ ਕੰਬਣ ਲੱਗੀ ਦੇ ਜੇ ਸੋ ਮਰੀਆਂ ਜੀਵਨਾ ਪੀਤਨ ਹੋ ਸੀਖੇ। ਸਾਰੇ ਸ਼ਲੋਕ ਬੜੇ ਪਿਆਰ ਤੇ ਵਿਰਾਗ ਵਾਲੇ। ਮੈਂ ਗੱਲ ਕਰ ਰਿਹਾ ਸੀ ਚਿੜੀਆਂ ਦੀ, ਰੌਲਾ ਪਾਇਆ। ਇੱਥੇ ਵੀ ਸਰੋਵਰ ਦੇ ਕਿਨਾਰੇ 'ਤੇ ਖਜੂਰਾਂ ਨੇ। ਸੋਦਰ ਸ੍ਰੀ ਰਹਿਰਾਸ ਸਾਹਿਬ ਜੀ ਦਾ ਪਾਠ ਜਦ ਸਮਾਪਤ ਹੁੰਦਾ ਤੇ ਰਾਗੀ ਸਿੰਘ ਵਾਜਾ ਵਜਾਉਂਦੇ ਨੇ, ਆਰਤੀ ਕਰਦੇ ਨੇ। ਇੰਨੀਆਂ ਚਿੜੀਆਂ ਬੋਲਦੀਆਂ ਰੱਬ 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 ਰੱਬ। ਜੇ ਉਹਨਾਂ ਵੱਲ ਧਿਆਨ ਚਲਾ ਜਾਏ ਤੇ ਬੰਦਾ ਕੰਨ 'ਤੇ ਹੱਥ ਰੱਖ ਕੇ ਵੀ ਨਹੀਂ ਖਲੋ ਸਕਦਾ। ਤੇ ਪਰ ਉਹ ਬੋਲਦੀਆਂ ਬੜਾ ਮਿੱਠਾ ਨੇ, ਰੌਲਾ ਬੜਾ। ਜੇ ਕੋਈ ਕਹੇ ਵੀ ਰੌਲਾ ਥੋੜ੍ਹਾ ਆ, ਜਿਸ ਤਰ੍ਹਾਂ ਆਪ ਹਾਜ਼ਰੀ ਭਰਦੇ ਹੋ ਅਤੇ ਆਪਣੇ ਤਰੀਕੇ ਨਾਲ ਪ੍ਰਭੂ ਦੇ ਗੁਣ ਗਾਇਨ ਕਰਦੇ ਹੋ, ਉਹਨਾਂ ਦੀ ਬੋਲੀ ਉਸ ਤਰ੍ਹਾਂ ਦੀ ਆ। ਖਬਰਿਆ ਵਾਹਿਗੁਰੂ ਕਹਿੰਦੀਆਂ ਹੋਣਗੀਆਂ। ਗੱਲ ਤਾਂ ਆਪਣੇ ਸੁਭਾਅ ਦੀ ਹੈ। ਅਤੇ ਪਰ ਤੁਸੀਂ ਕਿਤੇ ਦੇਖਿਓ ਜਦ ਆਰਤੀ ਸਮਾਪਤ ਹੋ ਜਾਂਦੀ ਉਸੇ ਵਕਤ ਸ਼ਾਂਤ ਹੋ ਜਾਂਦੀਆਂ, ਚੁੱਪ ਕਰ ਜਾਂਦੀਆਂ, ਮੁੜ ਕੇ ਨਹੀਂ ਬੋਲਦੀਆਂ। ਪਰ ਰਹਿਰਾਸ ਦੇ ਟਾਈਮ 'ਤੇ ਹੁਕਮਨਾਮੇ ਦੇ ਵਕਤ, ਆਰਤੀ ਦੇ ਵਕਤ ਇੰਨਾ ਰੌਲਾ। ਪੰਛੀਆਂ ਦਾ ਸੁਭਾਵ ਹੈ। ਤੋ ਇਸ ਵਾਸਤੇ ਫਰੀਦ ਕਹਿੰਦਾ ਵੀ ਮਰ ਜਾਓ। ਉਹ ਮਰ ਗਈਆਂ ਵਿਚਾਰੀਆਂ। ਫਿਰ ਫਰੀਦ ਨੇ ਵੇਖਿਆ ਵੀ ਇਹ ਤਾਂ ਬੜਾ ਵੱਡਾ ਪਾਪ ਹੋ ਗਿਆ, ਮੈਂ ਤਾਂ ਗਲਤੀ ਕਰ ਲਈ। ਕਹਿੰਦਾ ਜੀ ਪਓ, ਮੁੜ ਕੇ ਫੇਰ ਜੀ ਪਈਆਂ। ਸੋਚਿਆ ਮਨਾ ਕਰਾਂ, ਮਾਤਾ ਆ ਗਈ, ਜ਼ਬਾਨ ਦਾ ਵਰ ਪੂਰਾ ਹੋਣ ਲੱਗ ਪਿਆ। ਉਹ ਜਿਹੜੀ ਭੈਣ ਖੂਹ 'ਤੇ ਖੜੀ ਪਾਣੀ ਪਾ ਰਹੀ ਸੀ, ਕਹਿਣ ਲੱਗੀ ਸੰਤ ਜੀ ਇੱਥੇ ਚਿੜੀਆਂ ਨਹੀਂ, ਮਰ ਜਾਓ ਤੇ ਜੀ ਪਾਓ, 2 ਮਿੰਟ ਬੈਠ ਜਾ। ਮੇਰੀ ਭੈਣ ਦੀ ਘਰ ਨੂੰ ਅੱਗ ਲੱਗੀ ਹੋਈ ਹੈ, ਮੈਂ ਉਹ ਬੁਝਾ ਲਵਾਂ ਅਤੇ ਮੁੜ ਕੇ ਤੈਨੂੰ ਮੈਂ ਪਾਣੀ ਪਿਆ ਦਿੰਦੀ ਹਾਂ। ਮੈਂ ਤੇਰੇ ਬੁੱਕ 'ਚ ਪਾਣੀ ਪਾਉਣ ਲੱਗ ਪਈ, ਉਹਦਾ ਸਮਾਨ ਮੁੜ ਕੇ ਸੜ ਕੇ ਸਵਾਹ ਹੋ ਜਾਣਾ। ਅੱਗ 'ਤੇ ਮੈਂ ਕਾਬੂ ਪਾ ਲਾਂ। ਕਾਲੇ ਨਹੀਂ ਪਈਦਾ ਹੁੰਦਾ, ਸੰਤ ਧੀਰਜ ਵਾਲੇ ਹੁੰਦੇ ਨੇ। ਫਰੀਦ ਸਾਹਿਬ ਕਹਿਣ ਲੱਗਾ ਵਾਹਿਗੁਰੂ ਵਾਹਿਗੁਰੂ, ਇਹ ਬੀਬੀ ਤੇਰੇ 'ਚ ਐਡੀ ਵੱਡੀ ਕਰਾਮਾਤ ਮੇਰੇ 'ਚ ਨਹੀਂ ਅਜੇ ਆਈ ਕਿ ਅੰਤਰਜਾਮਤਾ ਦੇ ਨਾਲ ਤੂੰ ਆਪਣੀ ਭੈਣ ਦਾ ਘਰ ਵੀ ਵੇਖ ਲਿਆ, ਪਤਾ ਵੀ ਲਾ ਲਿਆ ਵੀ ਉੱਥੇ ਅੱਗ ਲੱਗੀ ਹੋਈ ਹੈ, ਫਿਰ ਪਾਣੀ ਤੂੰ ਇੱਥੇ ਖੂਹ 'ਤੇ ਪਾ ਰਹੀ ਹੈ ਅਤੇ ਅੱਗ ਉੱਥੇ ਬੁਝਾ ਰਹੀ ਹੈ। ਇਹ ਤੈਨੂੰ ਸ਼ਕਤੀ ਕਿੱਥੋਂ ਮਿਲੀ? ਕਹਿਣ ਲੱਗੀ ਮੈਂ ਆਪਣੇ ਪਤੀ ਦੀ ਸੇਵਾ ਕਰਦੀ ਹਾਂ ਅਤੇ ਪਤ ਵਰਤਾ ਧਰਮ 'ਚ ਪਰਪੱਕ ਰਹਿ ਕੇ ਘਰ 'ਚ ਬਹਿ ਕੇ ਰੱਬ ਦਾ ਨਾਮ ਜਪਦੀ ਹਾਂ। ਫਰੀਦ ਸੋਚਣ ਲੱਗਾ ਵੀ ਉਹ ਮਨਾ, ਮੈਂ ਤਾਂ ਇਹਦੇ ਵਰਗਾ ਵੀ ਨਹੀਂ ਅਜੇ ਬਣਿਆ ਹੋਇਆ, ਇਹ ਤਾਂ ਗਲਤੀ ਹੋ ਗਈ। ਪਾਣੀ ਦਾ ਕੀ ਪੀਣਾ ਸੀ? ਮੁੜ ਕੇ ਇਹੀ ਸੋਚਣ ਲੱਗ ਪਏ। ਇੰਨੀ ਉੱਚੀ ਅਵਸਥਾ ਦੇ ਮਾਲਕ ਸੀ ਧੰਨ ਬਾਬਾ ਫਰੀਦ ਜੀ। ਅਤੇ 12 ਸਾਲ ਖੂਹ 'ਚ ਲਟਕ ਕੇ, ਜਿਹੜਾ ਪਾਕਪਟਨ ਸ਼ਹਿਰ ਦੇ ਬਾਹਰ ਵੱਲ ਖੂਹ ਹੈ, ਇੱਥੇ ਹੀ ਕਾਮਾਂ ਨੇ ਠੁੰਗੇ ਮਾਰੇ ਸੀਗੇ। 12 ਸਾਲ ਤਪ ਕੀਤਾ। ਫਿਰ ਆਜੜੀ ਵੇਖ ਕੇ ਕਹਿਣ ਲੱਗਾ ਬਾਬਾ ਜੀ, ਕਹਿੰਦੇ ਦੱਸੋ? ਕਹਿੰਦੇ ਘਰਦਿਆਂ ਨਾਲ ਲੜੇ ਹੋਏ ਹੋ? ਜਾਓ ਮੈਂ ਚਾਹ ਨਹੀਂ ਪੀਣੀ, ਮੈਂ ਪਰੌਂਠਾ ਨਹੀਂ ਖਾਣਾ। ਕਈ ਮੇਰੇ ਵਰਗੇ ਮੁਰਗ ਥਾਲੀ ਵਗਾ ਕੇ ਮਾਰਨਗੇ ਬੀਬੀਆਂ ਦੇ ਮੂੰਹ 'ਤੇ। ਉਹ ਭਲਿਓ ਮਾਨਸੋ, ਲੜਾਈ ਹੈ ਬੰਦਿਆਂ ਦੇ ਨਾਲ, ਗੁੱਸਾ ਹੈ ਨਿਆਣਿਆਂ ਦੇ ਨਾਲ, ਅਤੇ ਰੋਟੀ ਨਾ ਕਾਹਦਾ ਤੁਹਾਡਾ ਗੁੱਸਾ? ਅੰਨ ਦੀ ਕਿਉਂ ਬੇਅਦਬੀ ਕਰਦੇ ਹੋ ਭਾਈ? ਇੰਨਾ ਵੀ ਕਾਹਦੀ ਨਾਰਾਜ਼ਗੀ ਹੋਈ? ਕਈ ਘਰਦਿਆਂ ਨਾਲ ਲੜ ਪੈਂਦੇ, ਫਿਰ ਖੂਹ 'ਚ ਛਾਲ ਮਾਰ ਦਿੰਦੇ। ਆਪਣੀ ਜਾਨ ਗਵਾਓਗੇ, ਦੂਜੇ ਦਾ ਕੀ ਹੈ? ਇੱਥੇ ਤਾਂ ਦੁਨੀਆ ਪਹਿਲਾਂ ਵੀ ਚੱਲਦੀ ਸੀ ਅਤੇ ਮੁੜ ਕੇ ਵੀ ਚੱਲਦੀ ਰਹੂਗੀ। ਸਾਡੇ ਮਰਨਾ ਕਿਸੇ ਨੂੰ ਘਾਟਾ ਨਹੀਂ ਪੈਣ ਵਾਲਾ, ਮਤਾਂ ਕੋਈ ਭੁਲੇਖੇ ਵਿੱਚ ਹੋਵੇ। ਕਈ ਕਹਿੰਦੇ ਜੀ ਮੈਂ ਚੱਲਿਆ ਜੀ, ਮੈਂ ਛੱਡਤਾ ਜੀ, ਇਹਦੇ ਨਾਲ ਕੀ ਨੁਕਸਾਨ ਹੋਏਗਾ? ਕੁਛ ਨਹੀਂ ਹੋਣ ਵਾਲਾ।
ਸੋ ਪ੍ਰਭੂ ਪਰਮਾਤਮਾ ਅਕਾਲ ਪੁਰਖ ਬੜਾ ਬੇਅੰਤ ਹੈ। ਇਸ ਵਾਸਤੇ ਝਗੜਾ ਕਰਕੇ ਮਨ ਨੂੰ ਖਰਾਬ ਕਰਨ ਦੀ ਬਜਾਏ ਰੱਬ ਦਾ ਨਾਮ ਲੈਣਾ ਚਾਹੀਦਾ। ਇਹ ਬਾਬਾ ਜੀ ਘਰਦਿਆਂ ਨਾਲ ਲੜ ਕੇ ਆਏ ਹੋ? ਕਹਿੰਦੇ ਕਿਉਂ? ਫਿਰ ਖੂਹ ਦੇ ਵਿੱਚ ਕਿਉਂ ਡਿੱਗੇ ਹੋਏ ਹੋ? ਕਹਿੰਦੇ ਇਹ ਤਾਂ ਮੈਂ ਵੈਸੇ ਹੀ ਲਟਕਿਆ ਹੋਇਆ, ਇਹਦੇ ਨਾਲ ਕੀ ਹੋ ਜਾਂਦਾ? ਕੋਈ ਸਰੀਰ ਨੂੰ ਬਿਮਾਰੀ ਹੈ ਤਾਂ ਦੁਖੀ ਹੋ? ਕਹਿੰਦੇ ਨਹੀਂ, ਮੈਂ ਬਿਲਕੁਲ ਸਹੀ ਹਾਂ, ਮੈਂ ਤਾਂ ਰੱਬ ਨੂੰ ਪਾਉਣ ਵਾਸਤੇ ਖੂਹ 'ਚ ਲਟਕਿਆ ਹੋਇਆ। ਆ ਜਿਹੜੀ ਵਿਚਾਰਾ ਭਲਾ ਮਨ ਸੀ ਕਹਿਣ ਲੱਗਾ ਬਾਬਾ ਜੀ ਖੂਹ 'ਚ ਲਟਕਣ ਨਾਲ ਰੱਬ ਮਿਲ ਜਾਂਦਾ, ਖੁਦਾ ਮਿਲ ਜਾਂਦਾ? ਕਹਿੰਦੇ ਹਾਂ। ਕਹਿੰਦੇ ਅੱਛਾ। ਉਹਨੇ ਕੁਝ ਨਹੀਂ ਵੇਖਿਆ, ਕੁਝ ਨਹੀਂ ਸੋਚਿਆ, ਫਰੀਦ ਸਾਹਿਬ ਦੇ ਬਚਨਾਂ 'ਤੇ ਭਰੋਸਾ ਕੀਤਾ। ਫਰੀਦ ਸਾਹਿਬ ਤਾਂ ਪੱਕੇ ਸੰਗਲ ਜਕੜਬੰਦ ਮਾਰ ਕੇ ਲਟਕਿਆ ਹੋਇਆ ਸੀ। ਉਹ ਵਿਚਾਰੇ ਭਲੇ ਮਾਨਸ ਜਿਹੜੀ ਨੇ ਇੱਧਰੋਂ ਉੱਧਰੋਂ ਪਰਾਲੀ ਪਰੂਲੀ ਜਿਹੀ ਨਾੜ ਨੂੜ ਜਿਹਾ ਘਾਹ ਕੂ ਲੰਮੀਆਂ ਤੜਾਂ ਪੁੱਟ ਪੁੱਟ ਕੇ ਉਹ ਇਕੱਠਾ ਕੀਤਾ, ਫੂਸ ਜਿਹਾ ਵੱਟ ਕੇ ਬੇੜ ਚੰਗਾ ਮੋਟਾ ਸੁੱਬੜ, ਅਤੇ ਉਹਨੇ ਤਾਂ ਸੰਗਲ ਦਾ ਗਲਾਵਾ ਮਾਰਿਆ ਸੀ ਦਰਖਤ ਨੂੰ। ਆ ਜਿਹੜੀ ਨੇ ਉਹ ਬੇੜ ਦਾ ਹੀ ਗਲਾਵਾ ਮਾਰ ਕੇ ਗੰਢ ਮਾਰ ਕੇ ਅਤੇ ਕੁਝ ਨਹੀਂ ਵੇਖਿਆ ਵੀ ਬੇੜ ਟੁੱਟ ਜਾਊਗਾ। ਬੇੜ ਫੜ ਕੇ ਜਦ ਲੱਗਾ ਲਟਕਣ, ਉਹਨੇ ਤਾਂ ਟੁੱਟਣਾ ਹੀ ਸੀਗਾ, ਬੇੜ ਟੁੱਟ ਗਿਆ। ਖੁਦਾ ਐਡਾ ਬੇਅੰਤ ਹੈ, ਉਹਨੇ ਆਪਣਾ ਦੀਰਘ ਸਰੂਪ ਧਾਰ ਕੇ ਉੱਪਰ ਬਾਹਾਂ ਕਰਕੇ ਆ ਜਿਹੜੀ ਨੂੰ ਬੋਚ ਲਿਆ। ਕਹਿਣ ਲੱਗਾ ਮੂਰਖਾ, ਆ ਕਮਲੀਆਂ ਸਾਧਾਂ ਦੇ ਆਖੇ ਲਾ ਕੇ ਜਾਨ ਨਹੀਂ ਗਵਾਈ ਦੀ। ਇਹ ਤਾਂ ਕਮਲਾ ਬੰਦਾ ਜਿਹਦੇ ਤੂੰ ਆਖੇ ਲੱਗਾ। ਇੰਝ ਥੋੜ੍ਹਾ ਖੁਦਾ ਮਿਲਦਾ। ਜਾ ਕੇ ਆਪਣੀਆਂ ਬੱਕਰੀਆਂ ਚਾਰ। ਘਰ ਦੇ ਵਿਚਾਰੇ ਡੀਕਦੇ ਹੋਣਗੇ, ਰੋ ਰੋ ਮਰ ਜੂ ਤੇਰੀ ਘਰ ਵਾਲੀ। ਨਿਆਣੇ ਸਾਹਿਬ ਆਪਣੇ ਸਾਧਾ ਮਗਰ ਨਹੀਂ ਲੱਗੀਦਾ, ਕਮਲਿਆਂ ਮਗਰ। ਓਹੋ ਸਤਨਾਮ ਸ੍ਰੀ ਵਾਹਿਗੁਰੂ। ਖੁਦਾ ਦੇ ਦਰਸ਼ਨ ਹੋਏ, ਮਹਾਰਾਜ ਦੇ ਹੱਥ ਲੱਗੇ ਆਜੜੀ ਨੂੰ। ਆਜੜੀ ਆਸ਼ੀਸ਼ ਕਰ ਉੱਠਿਆ, ਬ੍ਰਹਮ ਗਿਆਨੀ ਬਣ ਗਿਆ। ਮਹਾਰਾਜ ਦਾ ਧੰਨਵਾਦ। ਫਰੀਦ ਸਾਹਿਬ ਦੇ ਪੈਰੀਂ ਪਿਆ, ਕਹਿੰਦਾ ਧੰਨ ਬਾਬਾ, ਮਹਾਰਾਜ ਦੇ ਦਰਸ਼ਨ ਕਰਾਏ, ਉਹਦਾ ਭਲਾ ਹੋਇਆ। ਫਰੀਦ ਕਹਿਣ ਲੱਗਾ ਓਹੋ ਇਹ ਤਾਂ ਗਲਤੀ ਹੋ ਗਈ। ਇਹ ਮਹਾਰਾਜ ਮੈਂ ਕਿੱਡਾ ਕੁ ਵੱਡਾ ਗੁਨਾਹਗਾਰ ਅਤੇ ਕਿੱਡਾ ਵੱਡਾ ਮੈਂ ਗਲਤੀ ਕਰਨ ਵਾਲਾ। ਤੂੰ ਅਜੜੀ ਨੂੰ ਤਾਂ ਝੱਟ ਹੀ ਮਿਲ ਪਿਆ, ਅਤੇ ਮੈਨੂੰ 12 ਸਾਲ ਹੋ ਗਏ ਲਟਕਦਿਆਂ ਨੂੰ, ਮੈਨੂੰ ਮਿਲਿਆ ਹੀ ਨਹੀਂ। ਕਹਿਣ ਲੱਗੇ ਫਰੀਦ ਤੇਰਾ ਮੇਰੇ 'ਤੇ ਭਰੋਸਾ ਹੀ ਨਹੀਂ ਹੈ। ਤੂੰ ਸੰਗਲ ਮਾਰ ਕੇ ਪੱਕੇ ਜਕੜਬੰਦ ਕਰਕੇ ਲਟਕਿਆ ਹੋਇਆ, ਤੈਨੂੰ ਮੌਤ ਤੋਂ ਡਰ ਲੱਗਦਾ। ਜੇ ਭਰੋਸਾ ਹੁੰਦਾ ਤਾਂ ਪਹਿਲੇ ਦਿਨ ਹੀ ਤੂੰ ਪਾ ਲੈਂਦਾ। ਆਜੜੀ ਦਾ ਭਰੋਸਾ ਸੀਗਾ, ਅਤੇ ਇਸ ਕਰਕੇ ਭਰੋਸੇ ਵਾਲਿਆਂ ਨੂੰ ਮੈਂ ਮਿਲਦਾ ਹਾਂ। ਮਹਾਰਾਜ ਉਵੇਂ ਅੰਤ ਲੈਂਦਾ ਹੈ। ਧੰਨ ਬਾਬਾ ਫਰੀਦ ਸਾਹਿਬ ਜੀ ਉੱਚੇ ਸੁੱਚੇ ਮਹਾਂਪੁਰਖ ਬ੍ਰਹਮ ਗਿਆਨੀ ਸਨ। ਜੇ ਉਹਨਾਂ ਨੂੰ ਬੰਦਗੀ ਕਰਨੀ ਪਈ, ਇਹ ਕੋਈ ਕੁਦਰਤੀ ਕੌਤਕ ਸੀਗਾ। ਵਾਹਿਗੁਰੂ ਜੀ ਦੀ ਮਰਜ਼ੀ ਸੀ, ਉਹਦੀ ਮਰਜ਼ੀ ਹੈ ਉਹ ਭਾਵੇਂ ਅੱਜ ਮਿਲ ਪਏ, ਉਹਦੀ ਮਰਜ਼ੀ ਹੈ ਉਹ ਹਜ਼ਾਰਾਂ ਸਾਲ ਨਾ ਮਿਲੇ। ਇਹ ਰੱਬ ਦੀ ਕੁਦਰਤ ਨੂੰ ਕੋਈ ਜਾਣ ਨਹੀਂ ਸਕਦਾ, ਉਹਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਹੈ। ਮਹਾਰਾਜ ਦੀਆਂ ਬਾਤਾਂ ਆਪਾਂ ਨਹੀਂ ਕੋਈ ਕਮੈਂਟ ਕਰ ਸਕਦੇ। ਫਰੀਦ ਸਾਹਿਬ ਬਹੁਤ ਚੰਗੇ ਹਨ, ਨਮਸਕਾਰ ਕਰਨ ਯੋਗ ਨੇ। ਮਹਾਰਾਜ ਕਹਿੰਦੇ ਖੁਦਾ ਅੱਲਾਹ ਤਾਲਾ ਕਹਿੰਦੇ ਫਰੀਦ ਮੈਂ ਨਗੁਰਿਆਂ ਨੂੰ ਨਹੀਂ ਮਿਲਦਾ। ਜਿਹੜੇ ਗੁਰੂ ਵਾਲੇ ਹੁੰਦੇ ਨੇ, ਨਿਮਰਤਾ ਰੱਖਦੇ ਨੇ, ਭਰੋਸਾ ਰੱਖਦੇ ਨੇ, ਗੁਰੂ ਵਾਲਿਆਂ ਨੂੰ ਮਿਲਦਾ ਹੈ। ਕਹਿੰਦੇ ਮਹਾਰਾਜ ਫਿਰ ਆਜੜੀ ਨੂੰ ਕਿਵੇਂ ਮਿਲੇ? ਕਹਿੰਦੇ ਇੱਕ ਤਾਂ ਇਹਨੇ ਭਰੋਸਾ ਕੀਤਾ, ਵਿਸ਼ਵਾਸ ਕੀਤਾ, ਅਤੇ ਤੇਰੇ ਬਚਨਾਂ 'ਤੇ ਭਰੋਸਾ ਕੀਤਾ। ਤੂੰ ਇਹਦਾ ਗੁਰੂ ਸੀਗਾ, ਤੂੰ ਇਹਨੂੰ ਕਿਹਾ ਕਿ ਲਟਕਣ ਨਾਲ ਖੁਦਾ ਮਿਲ ਜਾਂਦਾ। ਇਹਨੇ ਕੁਝ ਨਹੀਂ ਵੇਖਿਆ ਆਪਣਾ ਨਫਾ ਨੁਕਸਾਨ, ਤੇਰੇ ਬਚਨਾਂ 'ਤੇ ਭਰੋਸਾ ਕਰਕੇ ਤੈਨੂੰ ਗੁਰੂ ਧਾਰਨ ਕਰਕੇ ਲਟਕ ਪਿਆ, ਤਾਂ ਮੈਂ ਇਹਨੂੰ ਮਿਲ ਪਿਆ। ਇਸ ਲਈ ਜੇ ਤੂੰ ਮੈਨੂੰ ਮਿਲਣਾ ਚਾਹੁੰਦਾ ਹੈ ਤਾਂ ਫਰੀਦਾ ਜੰਗਲ ਜੰਗਲ ਕਿਆ ਭਵੇ, ਵਣ ਕੰਡਾ ਮੋੜੇ ਵਸੀ ਰੱਬ ਹਿਆਲੀਆ। ਜੰਗਲ ਗਿਆ ਟੁੱਡੇ, ਤੂੰ ਜਨਤਾ ਦੇ ਵਿੱਚ ਜਾ ਅਤੇ ਸੇਵਾ ਕਰ। ਸੇਵਾਦਾਰਾਂ ਨੂੰ ਮੈਂ ਮਿਲਦਾ। ਦੁਨੀਆ ਦੇ ਵਿੱਚ ਮੇਰਾ ਵਾਸ ਹੈ, ਜੰਗਲਾਂ 'ਚ ਖੂਹਾਂ ਦੇ ਵਿੱਚ ਨਹੀਂ ਮੈਂ ਬੈਠਾ ਹੋਇਆ। ਜਾ ਕੇ ਗੁਰੂ ਧਾਰਨ ਕਰ, ਗੁਰੂ ਦੀ ਸੇਵਾ ਕਰ, ਸੰਗਤ ਦੇ ਵਿੱਚ ਰਹੋ। ਇਉਂ ਬਾਹਰੋਂ 36 ਸਾਲਾਂ ਬਾਅਦ ਸੋਝੀ ਆਈ।
ਖੁਦ ਵਾਹਿਗੁਰੂ ਨੇ ਆਪ ਸੋਝੀ ਦਿੱਤੀ। ਫਿਰ ਸ਼ੇਖ ਸ਼ਾਹ ਸ਼ਰਫ ਸੀ, ਪਾਕਪਟਨ 'ਚ ਰਹਿੰਦੇ ਹੁੰਦੇ ਸੀ, ਉਹਨਾਂ ਦੇ ਡੇਰੇ ਵਿੱਚ ਗਏ। ਉਹਨਾਂ ਨੂੰ ਬੇਨਤੀ ਕਰਕੇ ਸ਼ੇਖ ਸ਼ਾਹ ਸ਼ਰਫ ਨੂੰ ਗੁਰੂ ਧਾਰਿਆ। ਅਤੇ ਸਾਧ ਸੰਗਤ ਜੀ ਉਹ 12 ਸਾਲ ਉਹਨਾਂ ਦੇ ਦਰ ਦੀ ਸੇਵਾ ਕੀਤੀ। ਅੰਮ੍ਰਿਤ ਵੇਲੇ ਉਹਨਾਂ ਦੇ ਉੱਠਣ ਤੋਂ ਪਹਿਲਾਂ ਹੀ ਪਾਣੀ ਗਰਮ ਕਰਕੇ ਇਸ਼ਨਾਨ ਕਰਾਉਂਦੇ। ਅਤੇ ਇੱਕ ਦਿਨ ਮੀਂਹ ਝੱਖੜ ਦੇ ਕਾਰਨ ਅੱਗ ਬੁਝ ਗਈ ਗੋਹਿਆਂ ਵਿੱਚ ਰੱਖੀ ਹੋਈ, ਅਤੇ ਫਿਰ ਵੇਸਵਾ ਦੇ ਨਾਲ ਵਾਹ ਪਿਆ। ਉਹਨੇ ਪਰਖ ਕੀਤੀ। ਫਰੀਦ ਸਾਹਿਬ ਨੇ ਜਵਾਬ ਦੇ ਦਿੱਤਾ ਕਿ ਮੈਂ ਆਪਣਾ ਜੀਵਨ ਖਰਾਬ ਨਹੀਂ ਕਰਨਾ। ਜ਼ਿੰਦਗੀ ਜੀਵਨ ਬਣਾਉਂਦਿਆਂ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ, ਅਤੇ ਪਰ ਇੱਕ ਮਿੰਟ ਦੀ ਗਲਤੀ ਤੋਂ ਸਾਰਾ ਜੀਵਨ ਜਿਹੜਾ ਬਣਿਆ ਬਣਾਤਾ ਢਹਿ ਜਾਂਦਾ ਹੈ। ਅੱਗੇ ਮੈਂ ਬੜਾ ਦੁੱਖ ਭੋਗਿਆ ਹੈ, ਇਸ ਲਈ ਮੈਂ ਤੇਰਾ ਬਚਨ ਨਹੀਂ ਮੰਨ ਸਕਦਾ, ਤੂੰ ਮੈਨੂੰ ਅੱਗ ਦੇ। ਕਹਿਣ ਲੱਗੀ ਜੇ ਕੋਈ ਚੀਜ਼ ਲੈਣੀ ਹੋਵੇ ਕੁਛ ਦੇਣਾ ਪੈਂਦਾ। ਆ ਤੇਰੀ ਅੱਖ ਬੜੀ ਸੋਹਣੀ ਹੈ, ਮੈਨੂੰ ਅੱਖ ਕੱਢ ਕੇ ਦੇ ਜਾ। ਉਹਨੇ ਤਾਂ ਉਹੀ ਮਖੌਲ ਕੀਤਾ, ਚੰਚਲ ਸੁਭਾਅ ਸੀਗਾ। ਫਰੀਦ ਕਮਲੇ ਨੇ ਫੜਿਆ ਛੁਰਾ, ਕਹਿੰਦਾ ਲਿਆ ਬੀਬੀ ਛੁਰੀ ਲਿਆ। ਉਹਨੇ ਝੱਟ ਛੁਰੀ ਫੜਾਤੀ। ਉਹਨੇ ਆਪਣੀ ਅੱਖ 'ਚ ਮਾਰੀ ਅਤੇ ਖੱਬੀ ਅੱਖ ਕੱਢ ਕੇ ਉਹਦੀ ਤਲੀ 'ਤੇ ਰੱਖਦੀ। ਉਹ ਵਿਚਾਰੀ ਘਬਰਾ ਗਈ, ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਹਨੂੰ ਮੁੜ ਕੇ ਸਾਰੀ ਸੋਝੀ ਆ ਗਈ। ਉਹਦਾ ਮਨ ਬਿਲਕੁਲ ਵਾਸ਼ ਹੋ ਗਿਆ, ਉਹ ਵੀ ਸ਼ੁੱਧ ਮਨ ਵਾਲੀ ਬਣ ਗਈ। ਫਿਰ ਉਹਨੇ ਪੈਰੀਂ ਪਈ, ਮਾਫੀਆਂ ਮੰਗੀਆਂ ਉਹਨੇ, ਪਰ ਜੋ ਕੁਝ ਹੋਣਾ ਸੀ ਸੋ ਹੋ ਗਿਆ। ਅੱਖਾਂ 'ਤੇ ਕੱਪੜਾ ਬੰਨ੍ਹਿਆ, ਝੱਟ ਉਹਨੇ ਅੱਗ ਲਿਆ ਕੇ ਦਿੱਤੀ। ਅਤੇ ਫਿਰ ਪਾਣੀ ਗਰਮ ਕਰਕੇ ਜਦ ਇਸ਼ਨਾਨ ਕਰਾ ਰਹੀ ਸੀ, ਅੱਖ 'ਚੋਂ ਗਰਮ ਪਾਣੀ ਸ਼ੇਖ ਸ਼ਾਹ ਸ਼ਰਫ ਦੇ ਸਰੀਰ ਦੇ ਉੱਪਰ ਪਿਆ। ਇਹਨਾਂ ਦਿਨਾਂ ਦੇ ਵਿੱਚ ਹੀ ਜਦੋਂ ਅੱਗ ਲੈ ਕੇ ਆ ਰਹੀ ਸੀ, ਇਹ ਸ਼ਲੋਕ ਉਚਾਰਿਆ, ਗਲੀਏ ਚਿੱਕੜ ਦੂਰ ਘਰ ਫਰੀਦਾ, ਗਲੀਏ ਚਿੱਕੜ ਦੂਰ ਘਰ। ਨਿੱਕੀ ਨਿੱਕੀ ਕਣੀ ਦਾ ਮੀਂਹ ਪੈ ਰਿਹਾ ਸੀ, ਗਲੀਆਂ ਦੇ ਵਿੱਚ ਬੜਾ ਗੋੜੇ ਗੋੜੇ ਚਿੱਕੜ ਸੀਗਾ, ਅਤੇ ਪਿਆਰੇ ਸ਼ੇਖ ਸ਼ਰਫ ਦਾ ਘਰ ਬੜੀ ਦੂਰ ਹੈ। ਫਰੀਦਾ ਗਲੀਏ ਚਿੱਕੜ ਦੂਰ ਘਰ, ਨਾਲ ਪਿਆਰੇ ਨੇ ਹੋ। ਅੰਮ੍ਰਿਤ ਵੇਲੇ ਦਾ 2:30 ਦਾ ਟਾਈਮ ਹੋਊਗਾ। 1 ਵਜੇ ਉੱਠ ਖਲੋਂਦੇ ਸੀਗੇ ਅਤੇ 2 ਵਜੇ ਇਸ਼ਨਾਨ ਦਾ ਟਾਈਮ ਸੀ। ਇਸ਼ਨਾਨ ਤੋਂ ਲੇਟ ਹੋ ਗਏ ਸਿਰਫ ਅੱਗ ਕਰਕੇ। ਉਦੋਂ ਡੱਬੀ ਦੀਆਂ ਤੀਲਾਂ ਨਹੀਂ ਸਨ ਹੁੰਦੀਆਂ, ਇਸ ਤਰ੍ਹਾਂ ਹੀ ਅੱਗ ਉੱਗ ਰੱਖੀ ਹੁੰਦੀ। ਗੁਆਂਢੀਆਂ ਦੇ ਘਰ ਜਾਂ ਇੱਧਰ ਉੱਧਰ ਲੈਣ ਜਾਈਦਾ, ਉਹ ਕਿਤੇ ਅੱਗ ਮਿਲੀ ਨਾ, ਸਿਰਫ ਦੀਵਾ ਜਗਦਾ ਦੂਰ ਵੇਖਿਆ ਜੋ ਵੇਸਵਾ ਦਾ ਘਰ ਨਿਕਲਿਆ। ਕਾਫੀ ਦੂਰ ਆ ਗਏ, ਲੱਭਦੇ ਲਭਾਉਂਦੇ। ਕਹਿੰਦੇ ਫਰੀਦਾ ਗਲੀਏ ਚਿੱਕੜ ਦੂਰ ਘਰ, ਨਾਲ ਪਿਆਰੇ ਨੇ ਹੋ। ਚੱਲਾਂ ਤਾਂ ਭੇਜੈ ਕੰਬਲੀ, ਰਾਹਾਂ ਤਾਂ ਟੁੱਟੈ ਨੇ ਹੋ। ਜੇ ਤਾਂ ਮੈਂ ਚੱਲਦਾ ਤਾਂ ਮੇਰੀ ਕਾਲੀ ਕੰਬਲੀ ਭੇਜਦੀ ਹੈ। ਜਿਹੜੇ ਸੂਫੀ ਫਕੀਰ ਨੇ ਉਹ ਕਾਲੇ ਕੱਪੜੇ ਪਾਉਂਦੇ ਨੇ, ਫਰੀਦ ਸਾਹਿਬ ਕਾਲੀ ਕੰਬਲੀ ਲੈਂਦੇ। ਫਰੀਦਾ ਕਾਲੇ ਮਹਿੰਡੇ ਕੱਪੜੇ, ਕਾਲਾ ਮਹਿੰਡਾ ਵੇਸ। ਜਿਹੜੀ ਦੁਨੀਆ ਹੈ ਉਹ ਕੱਪੜਿਆਂ ਨੂੰ ਪੂਜਦੀ ਹੈ। ਕਿਸੇ ਨੇ ਪੈਂਟ ਸ਼ਰਟ ਪਾਈ ਹੋਊਗੀ ਨਾ, ਜਿੰਨਾ ਮਰਜ਼ੀ ਉਹ ਸੰਤ ਸਾਧੂ ਵਾਲੀ ਅਵਸਥਾ, ਲੋਕ ਵੇਖਣਗੇ ਨਹੀਂ, ਉਹ ਸਮਝਣਗੇ ਵੀ ਓਂ ਹੀ ਤੁਰਿਆ ਫਿਰਦਾ। ਅਤੇ ਮੇਰੇ ਵਰਗਿਆਂ ਨੂੰ ਭਾਵੇਂ ਇੱਕ ਵੀ ਅੱਖਰ ਨਾ ਆਉਂਦਾ ਹੋਵੇ, ਪੱਲੇ ਕੱਖ ਵੀ ਨਾ ਹੋਵੇ, ਨਾ ਕੋਈ ਸੇਵਾ, ਨਾ ਕੋਈ ਸਿਮਰਨ, ਨਾ ਕੋਈ ਕਿਸੇ ਮਹਾਂਪੁਰਖ ਦੀ ਸੰਗਤ, ਅਤੇ ਲੰਬਾ ਸਾਰਾ ਗਿੱਟਿਆਂ ਤੱਕ ਚੋਲਾ ਪਾਇਆ ਹੋਵੇ, ਬੀਬੀਆਂ ਵਾਂਗ ਉੱਤੋਂ ਦੀ ਸਿਰ ਦੇ ਦਸਤਾਰ ਦੀ ਦੁਪੱਟਾ ਜਿਹਾ ਲਿਆ ਹੋਵੇ ਬੂਟੀਆਂ ਵਾਲਾ, ਅਤੇ ਚੰਗੇ ਕਿੱਲ ਕਾਂਟੇ ਛਾਪ ਛੱਲੇ ਪਾਏ ਹੋਣ, 4-5 ਚੇਲੇ, ਕਾਰ ਸੋਹਣੀ ਹੋਵੇ ਮਹਿੰਗੀ, ਅਤੇ ਪਿਆਨੋ ਪੂਨੋ ਸਾਜ਼-ਬਾਜ਼ ਚੰਗੇ ਗਾਉਣ ਵਾਲਿਆਂ ਵਾਂਗ ਹੋਣ, ਅਤੇ ਲੋਕ ਕਹਿਣਗੇ ਧੰਨ ਬਾਬਾ ਜੀ, ਧੰਨ ਬਾਬਾ ਜੀ। ਭੇਖ ਦੀ ਪੂਜਾ ਹੈ ਕਲਯੁੱਗ ਦੇ ਅੰਦਰ। ਦੁਨੀਆ ਭੇਖ ਨੂੰ ਪੂਜਦੀ ਹੈ, ਅਵਸਥਾ ਨੂੰ ਨਹੀਂ ਕੋਈ ਪਹਿਚਾਣਦਾ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਜਿਹੜਾ ਬਣ ਗਿਆ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ। ਹੁਣ ਰੱਬ ਨੂੰ ਤਾਂ ਰੱਬ ਹੀ ਸਮਝ ਸਕਦਾ, ਬ੍ਰਹਮ ਗਿਆਨੀ ਕੋਈ ਹੋਊਗਾ ਤਾਂ ਬ੍ਰਹਮ ਗਿਆਨੀ ਨੂੰ ਸਮਝ ਸਕਦਾ। ਕਲਯੁੱਗ ਦਾ ਸਮਾਂ ਹੈ, ਮਹਾਂਪੁਰਖ ਦੀ ਪਹਿਚਾਣ ਕਰਨੀ ਬੜੀ ਔਖੀ ਹੈ।
ਸੋ ਫਰੀਦ ਸਾਹਿਬ ਕਹਿੰਦੇ ਨੇ ਕਿ ਲੋਕ ਭੇਖ ਦੀ ਪੂਜਾ ਕਰਦੇ ਨੇ, ਮੈਂ ਤਾਂ ਗੁਨਾਹਾਂ ਦਾ ਭਰਿਆ ਹੋਇਆ ਹਾਂ। ਬੜੀ ਉੱਚੀ ਅਵਸਥਾ ਵਾਲੀ ਸੀ। ਸੋ ਕਹਿੰਦੇ ਗਲੀਏ ਚੱਕੜ ਦੂਰ ਘਰ, ਨਾਲ ਪਿਆਰੇ ਨੇ ਹੋ, ਚੱਲਾਂ ਤਾਂ ਭਿੱਜੈ ਕੰਬਲੀ, ਰਾਹਾਂ ਤਾਂ ਟੁੱਟੈ ਨੇ ਹੋ। ਜੇ ਮੈਂ ਵੇਸਵਾ ਦੇ ਆਖੇ ਲਾਗਤ ਕਿ ਇਹਦੇ ਕੋਲ ਰਹਿੰਦਾ, ਅੰਮ੍ਰਿਤ ਵੇਲਾ ਖੇ ਖਰਾਬ ਹੋ ਜਾਊ, ਜ਼ਿੰਦਗੀ ਬਣੀ ਬਣਾਤੀ ਖਤਮ ਹੋ ਜਾਊਗੀ, ਅਤੇ ਵੇਖਣ ਵਾਲਾ ਕੀ ਆਖੂਗਾ ਵੀ ਸੰਤ ਕਿੱਥੇ ਬੈਠਾ ਹੋਇਆ। ਸਾਧੂ ਦਾ ਨਿਯਮ ਹੈ ਕਿ ਉਹ ਕਿਸੇ ਦੀਆਂ ਬਰੂਹਾਂ ਨਹੀਂ ਟੱਪਦਾ। ਜਿੰਨਾ ਮਰਜ਼ੀ ਕੋਈ ਤਰਲੇ ਮਾਰ ਲਏ ਵੀ ਆਓ ਜੀ, ਬੈਠੋ ਜੀ, ਐਂ ਜੀ, ਆਓ ਜੀ, ਬਿਲਕੁਲ ਨਹੀਂ। ਡਾਲੀ ਵਾਲਾ ਸਾਧੂ ਨਿਯਮ ਦਾ, ਬਰੂਹਾਂ ਤੋਂ ਉਰਲੇ ਪਾਸੇ ਸਤਿਨਾਮ ਵਾਹਿਗੁਰੂ ਕਰਦਾ, ਅਤੇ ਇਸ ਵਾਸਤੇ ਨਿਯਮ ਭੰਗ ਹੋ ਜਾਊਗਾ। ਇਹ ਨਹੀਂ ਆਖਿਆ ਕਿ ਜਿਹੜੀ ਬਾਰਿਸ਼ ਪੈਂਦੀ ਹੈ ਬਾਰਿਸ਼ ਬੰਦ ਹੋ ਜਾਏ ਤਾਂ ਕਿ ਮੈਂ ਅੱਗ ਲੈ ਕੇ ਪਹੁੰਚ ਜਾਵਾਂ। ਆਖਿਆ ਵੀ ਬਾਰਿਸ਼ ਵੀ ਪੈਂਦੀ ਰਹੇ, ਅਤੇ ਇਹ ਜਿਹੜੀ ਮੇਰੀ ਕੰਬਲੀ ਹੈ ਇਹ ਵੀ ਭਿੱਜ ਕੇ ਸਿੰਜ ਜਾਏ, ਭਾਰੀ ਹੋ ਜਾਏ। ਭਿੱਜੋ ਸਿੱਜੋ ਕੰਬਲੀ ਅੱਲੇ ਵਰਸੋਂ ਮੇ ਹੋ, ਜਾਏ ਮਿਲਾ ਤੇ ਨਾ ਸੱਜਣਾ, ਟੁੱਟੋਣਾ ਹੀ ਨੇ ਹੋ। ਇਹ ਮੈਂ ਅਰਦਾਸ ਨਹੀਂ ਕਰਦਾ ਕਿ ਬਾਰਿਸ਼ ਬੰਦ ਹੋ ਜਾਏ, ਇਹ ਮੈਂ ਅਰਦਾਸ ਕਰਦਾ ਕਿ ਮੈਂ ਚੱਕੜ ਦੇ ਵਿੱਚ ਦੀ ਲੰਘ ਕੇ ਪੈਂਦੀ ਬਾਰਿਸ਼ 'ਚ ਮੈਂ ਆਪਣੇ ਪਿਆਰੇ ਨੂੰ ਜਾ ਕੇ ਜ਼ਰੂਰ ਮਿਲ ਪਵਾਂ। ਉਹਨਾਂ ਦੇ ਇਸ਼ਨਾਨ ਦਾ ਟਾਈਮ ਹੋਇਆ ਅਤੇ ਕਿਤੇ ਨਿਯਮ 'ਚ ਭੰਗ ਨਾ ਪੈ ਜਾਏ। 12ਵਾਂ ਸਾਲ ਪੂਰਾ ਹੋਣ 'ਤੇ ਆਇਆ, ਮੈਂ ਫੇਲ ਹੋ ਜਾਊਂਗਾ। ਸਾਰੇ ਸਾਲ ਬੱਚਾ ਪੜ੍ਹਾਈ ਕਰਦਾ ਰਹੇ ਅਤੇ ਜੇ ਪੇਪਰਾਂ ਦੇ ਵਿੱਚ ਮਿਸ ਮਾਰ ਜਾਏ, ਸਾਡੀ ਗੌਰਮੈਂਟ ਦੇ ਪੱਕੇ ਬੜੇ ਸਖਤ ਕਾਨੂੰਨ ਨੇ। ਆ ਪਿੱਛੇ ਮੈਂ ਵੇਖਿਆ ਬੱਚਾ 3 ਮਿੰਟ ਲੇਟ ਹੋ ਗਿਆ, ਉਹਨੂੰ ਅੰਦਰ ਨਹੀਂ ਜਾਣ ਦਿੱਤਾ। ਸਰਕਾਰੀ ਸਕੂਲ ਲੋਕ ਸਮਝਦੇ ਤਾਂ ਮਾੜੇ ਨੇ, ਅਤੇ ਪਰ ਹੈ ਅਸੂਲ ਬੜੇ ਉਹਨਾਂ ਦੇ। ਸਰਕਾਰੀ ਸਕੂਲਾਂ 'ਚ ਪੇਪਰ ਸੀਗੇ, ਸਿਕਿਉਰਿਟੀ ਗਾਰਡ ਦੇ ਤਰਲੇ ਮਾਰ ਕੇ ਹੰਭ ਗਿਆ ਬੰਦਾ। ਉਹ ਕਹਿਣ ਲੱਗਾ ਨਹੀਂ 3 ਮਿੰਟ, ਇੱਕ ਦੇ 5 ਮਿੰਟ ਹੋ ਗਏ, ਉਹਨੇ ਪੁਲਿਸ ਬੁਲਾ ਲਈ। ਕਹਿਣ ਲੱਗਾ 5 ਮਿੰਟ ਤਾਂ ਬਹੁਤ ਜ਼ਿਆਦਾ ਨੇ। ਇੰਨੇ ਟਾਈਮ ਦੇ ਪਾਬੰਦ, ਇੰਨੇ ਸਖਤ ਕਾਨੂੰਨ। ਉਹ ਬੱਚਾ ਵਿਚਾਰਾ ਇੱਕ ਪੇਪਰ ਤੋਂ ਰਹਿ ਗਿਆ ਅਤੇ ਫੇਲ ਹੋ ਗਿਆ। ਅਤੇ ਇਸ ਵਾਸਤੇ ਪੇਪਰਾਂ 'ਚ ਅਲਰਟ ਰਹਿਣਾ ਪੈਂਦਾ। ਫਰੀਦ ਸਾਹਿਬ ਨੇ ਅਰਦਾਸ ਕੀਤੀ ਮੈਂ ਜਾ ਕੇ ਮਿਲ ਪਵਾਂ, ਤਾਂ ਮਹਾਰਾਜ ਨੇ ਕਿਰਪਾ ਕੀਤੀ, ਸ਼ੇਖ ਸ਼ਾਹ ਸ਼ਰਫ ਦਾ ਇਸ਼ਨਾਨ ਕਰਾਇਆ। ਉਹ ਅੱਖਾਂ 'ਚੋਂ ਗਰਮ ਪਾਣੀ ਜਦ ਸਰੀਰ 'ਤੇ ਡਿੱਗਿਆ ਤਾਂ ਵੇਖਿਆ, ਕਹਿੰਦੇ ਫਰੀਦ ਆ ਕੀ ਹੋਇਆ ਰਾਤੀ ਤਾਂ ਸਹੀ ਸੀਗਾ ਅਤੇ ਹੁਣ ਅੱਖਾਂ 'ਤੇ ਪੱਟੀ ਕਿਵੇਂ ਬੰਨੀ ਹੋਈ ਹੈ। ਇਹ ਨਹੀਂ ਆਖਿਆ ਕਿ ਅੱਖ ਕੱਢ ਕੇ ਦੇ ਆਇਆ, ਕਿਸੇ ਦਾ ਨਾਂ ਨਹੀਂ ਲਿਆ ਮਾੜੇ ਚੰਗੇ ਦਾ, ਕਿਉਂਕਿ ਆਪਣਾ ਮਨ ਕਿਉਂ ਖਰਾਬ ਕਰਨਾ। ਦੂਜੇ ਨੂੰ ਵੀ ਅੰਮ੍ਰਿਤ ਵੇਲਾ ਨਿਤਨੇਮ ਦਾ ਟਾਈਮ ਹੈ, ਮਨ ਖਰਾਬ ਹੋਊਗਾ। ਕਹਿਣ ਲੱਗੇ ਸੰਤ ਜੀ, ਹੇ ਗੁਰੂ ਜੀ, ਅੱਖ ਆਈ ਹੋਈ ਹੈ। ਇਹ ਨਹੀਂ ਕਿਹਾ ਕੱਢ ਕੇ ਦੇ ਆਏ ਆ, ਨਿਹੰਗ ਉਲਟਾ ਹੀ ਬੋਲਦੇ ਨੇ। ਜੇ ਲੰਗਰ ਮੁੱਕ ਗਿਆ ਹੋਊਗਾ ਕਦੀ ਨਹੀਂ ਕਹਿਣਗੇ ਮੁੱਕ ਗਿਆ, ਕਹਿਣਗੇ ਵਾਧੇ ਪੈ ਗਿਆ। ਪ੍ਰਸ਼ਾਦੇ ਹੋਣਗੇ ਬਏ ਤਬੇ, ਕਹਿਣਗੇ ਮਿੱਠੇ ਨੇ। ਉਲਟਾ ਬੋਲਦੇ ਨੇ, ਯਾਨੀ ਪਲੱਸ ਬੋਲਦੇ ਨੇ, ਮਾਈਨਸ। ਮਨ ਨੂੰ ਢਹਿੰਦੀ ਕਲਾ 'ਚ ਨਹੀਂ ਜਾਣ ਦਿੰਦੇ। ਅਤੇ ਜੇ ਭੁੱਖੇ ਹੁਣ ਕਹਿਣਗੇ ਕੜਾਕੇ 'ਤੇ ਆ, ਛੋਲੇ ਚੱਬਦੇ ਕਹਿਣਗੇ ਬਦਾਮ ਖਾਂਦੇ ਆ। ਇਸ ਤਰ੍ਹਾਂ ਮਨ ਚੜ੍ਹਦੀ ਕਲਾ 'ਚ ਰਹੇ। ਨਿਹੰਗ ਸਿੰਘਾਂ ਦੇ ਬੋਲੇ ਨਵਾਬ ਕਪੂਰ ਸਿੰਘ ਨੇ ਬਣਾਏ ਸੀਗੇ। ਫਰੀਦ ਸਾਹਿਬ ਨੇ ਝੂਠ ਨਹੀਂ ਬੋਲਿਆ। ਇਹ ਨਹੀਂ ਕਿ ਅੱਖ ਕੱਢ ਕੇ ਦਿਆਂ, ਕਹਿਣ ਲੱਗੇ ਅੱਖ ਆਈ ਹੋਈ ਹੈ। ਸ਼ਟਰ ਨੂੰ ਸੁੱਟ ਦਿਓ, ਦੁਕਾਨ ਬੰਦ ਕਰ ਦਿਓ, ਦੀਵਾ ਬੁਝਾ ਦਿਓ। ਮਾਈਆਂ ਕਦੀ ਨਹੀਂ ਕਹਿਣਗੀਆਂ, ਦੁਕਾਨਦਾਰ ਕਹੂਗਾ ਰੱਬ ਰੱਬ, ਦੁਕਾਨ ਨੂੰ ਵਧਾ ਦਿਓ, ਦੀਵਾ ਵੱਡਾ ਕਰ ਦਿਓ। ਇਉਂ ਸੰਤਾਂ ਦਾ ਬੋਲਾ ਹੈ। ਕਹਿੰਦੇ ਬਾਬਾ ਜੀ ਅੱਖ ਆਈ ਹੋਈ ਹੈ। ਕਹਿੰਦੇ ਖੋਲ੍ਹ ਪੱਟੀ ਫਿਰ ਪੁੱਤ, ਦੱਸ ਓਡੀ ਆਵੇ ਕਿ ਵੱਡੀ ਆਵੇ। ਫਰੀਦ ਸਾਹਿਬ ਸਮਝ ਗਿਆ ਵੀ ਹੁਣ ਕਿਰਪਾ ਹੋਣ ਲੱਗੀ ਹੈ। ਕਹਿੰਦੇ ਬਾਬਾ ਜੀ ਪੈਰ ਫੜੇ। ਕਹਿੰਦੇ ਨਾ ਓਡੀ ਆਵੇ ਨਾ ਵੱਡੀ ਆਵੇ, ਰੱਬ ਦੀ ਦਿੱਤੀ ਦੇ ਬਰਾਬਰੀ ਨਹੀਂ ਕਰਨੀ ਚਾਹੀਦੀ, ਉਹਦੇ ਤੋਂ ਛੋਟੀ ਆਵੇ। ਕਹਿੰਦੇ ਗੱਜ ਕੇ ਕਹਿ ਸਤਨਾਮ ਸ੍ਰੀ ਵਾਹਿਗੁਰੂ ਕਹਿ ਕੇ ਪੱਟੀ ਖੋਲ੍ਹੀ ਅਤੇ ਸੱਚਮੁੱਚ ਅੱਖ ਸਹੀ ਸਲਾਮਤ ਛੋਟੀ ਅੱਖ ਸੀਗੀ। ਅੱਖ ਵੀ ਫਰੀਦ ਸਾਹਿਬ ਦੀ ਗੱਦੀ ਦੇ ਜਿਹੜੇ ਮਾਲਕ ਹੁੰਦੇ ਨੇ ਉਹਨਾਂ ਦੀ ਖੱਬੀ ਅੱਖ ਛੋਟੀ ਹੁੰਦੀ ਹੈ। ਸੋ ਫਰੀਦ ਸਾਹਿਬ ਦੀ ਵੇਖੋ ਕਿੱਡੀ ਵੱਡੀ ਕਮਾਈ ਹੈ। ਇਹ ਉਹ ਮਨ ਨੂੰ ਸਾਫ਼ ਕਰਨ ਵਾਸਤੇ 1 ਦਿਨ ਨਹੀਂ 2 ਦਿਨ ਨਹੀਂ
ਝਾੜੂ ਲੀਰ ਦੇ ਨਾਲ ਨਹੀਂ, ਇਹ ਤਾਂ ਜਨਮਾਂ ਜਨਮਾਤਰਾਂ ਦੀ ਖੇਡ ਬਣ ਜਾਂਦੀ ਹੈ। ਵਾਹਿਗੁਰੂ ਦੀ ਕਿਰਪਾ ਹੋਵੇ, ਕਿਤੇ ਗੁਰੂ ਮਹਾਰਾਜ ਜੀ ਦੀ ਬਖਸ਼ਿਸ਼, ਉਹਨਾਂ ਦੀ ਸੰਗਤ ਮਿਲ ਜਾਏ ਤਾਂ ਹੀ ਮਨ ਸਾਫ਼ ਹੁੰਦਾ। ਖੇਡ ਤਾਂ ਸਾਰੀ ਮਨ ਦੀ ਹੈ। ਸੋ ਕਹਿੰਦੇ ਹਨ, ਰਾਮ ਰਾਮ ਸਭ ਕੋ ਕਹੈ, ਕਹਿਆ ਰਾਮ ਨਾ ਹੋਏ। ਗੁਰ ਪ੍ਰਸਾਦੀ ਰਾਮ ਮਨ ਵਸੈ, ਤਾਂ ਫਲ ਪਾਵੈ ਕੋਏ। ਕਹਿਣ ਨੂੰ ਤਾਂ ਸਾਰੇ ਸੰਤ ਨੇ, ਸਾਧੂ ਨੇ, ਤੇ ਪਰ ਕਹਿਣ ਦੇ ਨਾਲ ਰਾਮ ਦੀ ਪ੍ਰਾਪਤੀ ਨਹੀਂ ਹੁੰਦੀ, ਜਿੰਨਾ ਚਿਰ ਗੁਰੂ ਸਾਹਿਬ ਦੀ ਮਹਾਰਾਜ ਦੀ ਕਿਰਪਾ ਨਾ ਹੋਵੇ। ਸੋ ਫਰੀਦ ਸਾਹਿਬ ਕਹਿੰਦੇ ਹਨ ਕਿ ਅਸੀਂ ਤਾਂ ਭਾਈ ਖਾਣ ਪੀਣ ਵਾਲੇ ਹਾਂ, ਕੇਵਲ ਭੇਖ ਬਣਾਇਆ ਹੋਇਆ ਹੈ। ਸੰਤਾਂ ਦੀ ਅਵਸਥਾ ਪ੍ਰਾਪਤ ਕਰਨੀ ਬੜੀ ਔਖੀ ਹੈ। ਤੇ ਉਹਨਾਂ ਨੇ ਸ਼ਲੋਕਾਂ ਦੇ ਵਿੱਚ ਇਹਦਾ ਜ਼ਿਕਰ ਕੀਤਾ ਹੈ। ਫਰੀਦ ਸਾਹਿਬ ਜੀ ਫਰਮਾਉਂਦੇ ਹਨ, ਫਰੀਦਾ ਦਰ ਦਰਵੇਸੀ ਗਾਖੜੀ ਚੋਪੜੀ ਪ੍ਰੀਤ। ਸਾਡੀ ਤਾਂ ਖਾਣ ਪੀਣ ਪਹਿਨਣ ਭੋਗਣ ਚੋਪੜੀਆਂ ਨਾਲ ਪ੍ਰੀਤੀ ਹੈ। ਦਰ ਦੀ, ਰੱਬ ਦੇ ਦਰ ਦੀ ਦਰਵੇਸੀ ਫਕੀਰੀ ਕਰਨੀ ਔਖੀ ਬੜੀ ਹੈ। ਫਰੀਦਾ ਦਰ ਦਰਵੇਸੀ ਗਾਖੜੀ ਚੋਪੜੀ ਪ੍ਰੀਤ। ਇਕਣ ਕਹਿੰਦਾ ਚਾਲੀਆ ਦਰਵੇਸਾਵੀਂ ਰੀਤ। ਦਰਵੇਸਾਂ ਦੀ ਰੀਤੀ ਮਰਿਆਦਾ ਦੇ ਮੁਤਾਬਕ ਕੋਈ ਇੱਕ ਅੱਧਾ ਵਿਰਲਾ ਹੀ ਚੱਲਦਾ। ਇੱਕ ਅੱਧ ਨਾ ਹੀ ਰਸੀਅੜਾ ਕਾ ਬਿਰਲੀ ਜਾਈ ਉੱਠੀ। ਸੰਚੰਤ ਬਿਖਿਆ ਛਲੰ ਛਿਦਰੰ। ਸੰਚੰਦ ਵਿਖਿਆ, ਅਸੀਂ ਮਾਇਆ ਨੂੰ ਇਕੱਤਰ ਕਰਦੇ ਰਹਿੰਦੇ ਹਾਂ। ਛਲ ਤੇ ਕਪਟ ਦੇ ਨਾਲ ਭਰੇ ਹੋਏ ਹਾਂ। ਇੱਕ ਦੂਜੇ 'ਤੇ ਦੋਸ਼ ਆਰੋਪਦੇ ਹਾਂ। ਰਾਜਨੀਤੀ ਚੱਲਦੀ ਹੈ। ਸੋ ਕਿਸੇ ਨੂੰ ਡਿੱਗਣਾ ਹੋਵੇ ਅਤੇ ਉਹਦੇ ਔਗਣ ਫਰੋਲਣ ਲੱਗ ਪਓ ਸਪੀਕਰ ਲਾ ਕੇ। ਅਤੇ ਆਹ ਵੋਟਾਂ ਦੇ ਵਿੱਚ ਇਹੀ ਪ੍ਰਚਾਰ ਹੁੰਦਾ ਹੈ। ਆਪਣੇ ਬਾਰੇ ਕੋਈ ਕੁਝ ਨਹੀਂ ਦੱਸਦਾ ਵੀ ਆਪਾਂ ਕੀ ਕਰਾਂਗੇ ਜਾਂ ਕੀ। ਦੂਸਰੇ ਦੇ ਔਗਣ ਛਪਾ ਛਪਾ ਕੇ ਵੰਡਦੇ ਹਨ। ਐਸਾ ਇਹ ਮਨ ਨੂੰ ਮੈਲ ਲੱਗੀ ਹੋਈ ਹੈ। ਨਾਨਕ ਬਿਨ ਹਰ ਸੰਗ ਨਾ ਚਾਲਤੇ। ਮਹਾਰਾਜ ਕਹਿੰਦੇ ਪਰ ਅੰਤ ਦੇ ਸਮੇਂ ਰੱਬ ਦੇ ਨਾਮ ਤੋਂ ਬਿਨਾਂ ਝੂਠੇ ਪਦਾਰਥ ਕਿਸੇ ਦੇ ਵੀ ਪਰਲੋਕ ਨੂੰ ਨਾਲ ਨਹੀਂ ਚੱਲਦੇ, ਨਾਲ ਨਹੀਂ ਜਾਂਦੇ, ਇੱਥੇ ਰਹਿ ਜਾਂਦੇ ਨੇ। ਇਸ ਲਈ ਜਾਨ ਰੱਬ ਨੂੰ ਦੇਣੀ ਹੈ, ਰੱਬ ਤੋਂ ਡਰ ਕੇ ਰਹਿਣਾ ਚਾਹੀਦਾ। ਅਤੇ ਮਹਾਰਾਜ ਦੀ ਸੰਗਤ ਦੇ ਵਿੱਚ ਆਪਣੇ ਮਨ ਨੂੰ ਇਹਨਾਂ ਔਗਣਾਂ ਵਿਕਾਰਾਂ ਦੇ ਕੂੜੇ ਨੂੰ ਕੱਢ ਕੇ ਸਾਫ਼ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਬੇਖੰਦੜੋ ਕੀ ਭੁੱਲ ਦੇਖਣ ਵਾਲੀ ਭੁੱਲ ਹੈ। ਤੁਮ ਸਮ ਸੋਹਣਾ। ਔਰ ਤੁਮਾ ਵੇਖਣ 'ਚ ਖਰਬੂਜੇ ਤੇ ਹਦਵਾਣੇ ਮਤੀਰੇ ਵਰਗਾ ਸੋਹਣਾ ਦਿਖਦਾ ਹੈ, ਪਰ ਅੰਦਰੋਂ ਬਹੁਤ ਕੌੜਾ ਹੁੰਦਾ ਹੈ। ਇਸੇ ਪ੍ਰਕਾਰ ਬੇਖੰਦੜੋ ਕੀ ਭੁੱਲ ਦੀ ਤਰ੍ਹਾਂ ਮਾਇਆਵੀ ਪਦਾਰਥ ਵੇਖਣ ਨੂੰ ਲੱਗਦੇ ਤਾਂ ਸੋਹਣੇ ਨੇ। ਤੁਮ ਇਸਮ ਸੋਹਣਾ। ਵੇਖਣ ਵਾਲੇ ਦੀ ਭੁੱਲ ਹੈ। ਮਾਇਆਵੀ ਪਦਾਰਥ ਆ ਖੀਰ ਖੰਡ ਜਿਹੜੇ ਭੋਜਨ ਨੇ ਇਹ ਕੌੜੇ ਬਣ ਜਾਂਦੇ ਹਨ ਜਦੋਂ ਸ਼ੂਗਰ ਆਦਿਕ ਬਿਮਾਰੀਆਂ ਆਣ ਕੇ ਘੇਰ ਲੈਂਦੀਆਂ ਨੇ। ਅੱਡ ਨਾਲ ਹੰਦੜੋ ਮੁੱਲ। ਕੌੜ ਤੂਬੇ ਦਾ ਅੱਧੀ ਦਮੜੀ ਵੀ ਮੁੱਲ ਪ੍ਰਾਪਤ ਨਹੀਂ ਹੁੰਦਾ, ਭਾਵ ਕੀਮਤਦਾਰ ਨਹੀਂ ਹੈ। ਨਾਨਕ ਸਾਥ ਨਾ ਜੁਲਾਈ ਮਾਇਆ। ਅੰਤ ਦੇ ਸਮੇਂ ਪਰਲੋਕ ਦੇ ਵਿੱਚ ਮਾਇਆਵੀ ਪਦਾਰਥਾਂ ਦਾ ਅੱਧੀ ਕੌੜੀ ਜਿੰਨਾ ਵੀ ਮੁੱਲ ਨਹੀਂ ਪੈਂਦਾ। ਸਤਿਗੁਰੂ ਜੀ ਕਥਨ ਕਰਦੇ ਇਸੇ ਪ੍ਰਕਾਰ ਵਾਸਤਵ ਦ੍ਰਿਸ਼ਟੀ ਨਾਲ ਵਿਚਾਰੀਏ ਤਾਂ ਇਹ ਮਾਇਆ ਜੀਵ ਦੇ ਨਾਲ ਨਹੀਂ ਚੱਲਦੀ ਹੈ। ਇਹਨੂੰ ਮਰਨ ਤੋਂ ਬਾਅਦ ਵੀ ਤਾਂ ਛੱਡ ਕੇ ਜਾਣਾ ਹੀ ਹੈ। ਜੇ ਜਿਉਂਦਿਆਂ ਹੀ ਬੰਦਾ ਤਿਆਗ ਦੇ, ਜਿਹਦਾ ਬਣਦਾ ਹਿੱਸਾ ਪਤੀ ਮਾੜਾ ਮੋਟਾ ਦੇ ਦੋ ਕੇ ਲਾਂਭੇ ਕਰੇ, ਮਨ ਨੂੰ ਸ਼ਾਂਤੀ ਸੁੱਖ ਰਹੂਗਾ। ਆਪ ਮਾਲਾ ਫੜੇ, ਗੁਰੂ ਘਰ ਦੀ ਸੇਵਾ ਕਰੇ ਅਤੇ ਸਾਰੀ ਉਮਰ ਦਾ ਨਾਂ ਸੋਚੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਮ ਦਾ ਵੀ ਸਮਾਂ ਕੱਢੇ। ਇਉਂ ਮਹਾਰਾਜ ਕਹਿੰਦੇ ਵੀ ਇਹ ਨਾਲ ਚੱਲਦੀ ਨਹੀਂ ਹੈ। ਪੌੜੀ ਪਾਤਸ਼ਾਹ ਸਮਝ ਲਓ ਸ਼ਲੋਕ ਦੇ ਮਹੱਲੇ ਦੀ ਕਥਾ ਕਰ ਰਹੇ ਨੇ। ਚਲਦਿਆਂ ਨਾਲ ਨਾ ਚੱਲੈ। 10ਵੀਂ ਪੌੜੀ ਉਚਾਰਦੇ ਜੋ ਮਾਇਆਵੀ ਪਦਾਰਥ ਸੰਸਾਰ ਤੋਂ ਪਰਲੋਕ ਵੱਲ ਨੂੰ ਤੁਰਨ ਵੇਲੇ ਨਾਲ ਨਹੀਂ ਚੱਲਦੇ, ਸੋ ਕਿਉਂ ਸੰਜੀਐ। ਉਸ ਮਾਇਆਵੀ ਪਦਾਰਥਾਂ ਨੂੰ ਚਿੱਤ ਲਾ ਕੇ ਕਾਹਦੇ ਵਾਸਤੇ ਇਕੱਤਰ ਕਰੀਏ। ਚਲੋ ਇਕੱਤਰ ਕਰਨੇ ਮਾੜੇ ਨਹੀਂ। ਗ੍ਰਸਤੀ ਬੰਦੇ ਦਾ ਘਰ
ਪਦਾਰਥਾਂ ਦੇ ਹੋਣ ਤੋਂ ਬਗੈਰ ਸਰਦਾ ਨਹੀਂ ਹੈ। ਪਰ ਜੋ ਦਸਾਂ ਨੋਆਂ ਦੀ ਕਿਰਤ ਸੁਤੇ ਸਿੱਧ ਮਹਾਰਾਜ ਦੇਵੇ, ਉਹਦੇ ਵਿੱਚ ਸੰਤੋਖ ਰੱਖੇ। ਠੱਗੀਆਂ ਟੋਰੀਆਂ ਛਲ ਫਰੇ ਝੂਠ ਪਤਾਣ ਬੋਲ ਕੇ ਪਾਪ ਕਰਮ ਨਾ ਕਰੇ। ਪਾਪਾਂ ਵਜੋ ਹੋਵੇ ਨਾਹੀ ਮੋਇਆ ਸਾਥ ਨ ਜਾਈ। ਤਿਸਕਾ ਕਹੂ ਕਿਆ ਯਤਨ हे ਭਾਈ, हे ਗੁਰਮੁਖ, ਉਸ ਮਾਇਆਵੀ ਪਦਾਰਥਾਂ ਦੀ ਪ੍ਰਾਪਤੀ ਦਾ ਕਾਹਦੇ ਵਾਸਤੇ ਯਤਨ ਕਰਨਾ ਹੈ? ਜਿਸ ਤੇ ਵੰਜੀਐ ਜਿਸ ਤੋਂ ਦੁਨੀਆ 'ਚੋਂ ਪਰਲੋਕ ਨੂੰ ਜਾਣ ਵੇਲੇ ਵਾਂਝੇ ਰਹਿ ਜਾਣਾ, ਜਿਸ ਤੋਂ ਆਖਰ ਵਿਛੜ ਜਾਣਾ ਹੈ, ਕਿਸੇ ਵੀ ਕੰਮ ਨਹੀਂ ਆਉਣੀ, ਉਹਦਾ ਕੀ ਫਾਇਦਾ ਇਕੱਠੀ ਕਰਨ ਦਾ? ਹਰ ਬਿਸਰਿਆ ਕਿਉਂ ਤ੍ਰਿਪਤਾਵੈ ਵਾਹਿਗੁਰੂ ਦੇ ਭੁੱਲਣੇ ਕਰਕੇ ਕਿਵੇਂ ਰੱਜ ਆਵੇਗਾ? ਨਾ ਮਨ ਰੰਜੀਐ ਕਿਸੇ ਨੂੰ ਵੀ ਤ੍ਰਿਪਤੀ ਨਹੀਂ ਆਉਂਦੀ ਤੇ ਨਾ ਹੀ ਚਿੱਤ ਪ੍ਰਸੰਨ ਹੁੰਦਾ ਹੈ। ਇਸ ਲਈ ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਨੇ ਕਿਹਾ ਹੈ, ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ ਰਹਾਓ, ਕੋਟ ਜੋਰੇ ਲਾਖ ਰੋਰੇ ਮਨ ਨਾ ਹੋਰੇ, ਪਰੇ ਪਰੇ ਹੀ ਕੋ ਲੁਝੀਏ। ਸਹਿਸ ਖਟੇ ਲੱਖ ਕੋਟ ਧਾਵੈ, ਤ੍ਰਿਪਤ ਨ ਆਵੈ, ਮਾਇਆ ਪਾਛੈ ਪਾਵੈ। ਇਸ ਲਈ ਮਹਾਰਾਜ ਦੇ ਨਾਮ ਦੇ ਨਾਲ ਹੀ ਰੱਜ ਆਉਣਾ, ਮਾਇਆ ਨਾਲ ਕੋਈ ਰੱਜਿਆ ਨਹੀਂ ਹੈ। ਪ੍ਰਭੂ ਛੋੜਨ ਲਾਗੈ ਪ੍ਰਭੂ ਪਰਮੇਸ਼ਰ ਨੂੰ ਛੱਡ ਕੇ ਹੋਰ ਦਵੈਤ ਵਿੱਚ ਲੱਗ ਜਾਂਦੇ ਨੇ। ਨਰਕ ਸੰਬੰਜੀਐ ਉਹ ਅੰਤ ਨੂੰ ਨਰਕਾਂ ਦੇ ਵਿੱਚ ਜਾ ਸਮਾਉਂਦੇ ਹਨ। ਓਹੋ ਕਿਰਪਾ ਦਿਆਲ ਇਸ ਤਰ੍ਹਾਂ ਬੇਨਤੀ ਕਰੋ, हे ਦਿਆਲੂ ਪਰਮੇਸ਼ਰ, ਜਿਵੇਂ ਪਿਛਲੇ ਭਗਤਾਂ ਦੇ ਕਿਰਪਾਲੂ ਹੋਏ ਹੋ, ਇਉਂ ਸਾਡੇ ਤੇ ਵੀ ਦਿਆਲਤਾ ਕਰਕੇ ਨਾਨਕ ਭਾਉ ਭੰਜੀਐ। ਗੁਰੂ ਜੀ ਕਥਨ ਕਰਦੇ ਨੇ ਕਿ ਸਾਡੇ ਜੰਮਣ ਮਰਨ ਦੇ ਡਰ ਨੂੰ ਹੀ ਵਾਹਿਗੁਰੂ ਜੀ ਨਾਸ਼ ਕਰ ਦਿਓ। ਇਹ ਦੁਨੀਆ 'ਚੋਂ ਕੁਛ ਨਹੀਂ ਲੈ ਜਾਣਾ ਬੰਦੇ ਨੇ, ਪਰ ਮਰਨ ਤੋਂ ਬਾਅਦ ਅਸੀਂ ਦੁਖੀ ਨਾ ਹੋਈਏ, ਜਮਾਂ ਦੇ ਵਸ ਨਾ ਬਹਿਣਾ ਪਵੇ। ਇਹਦੇ ਤੋਂ ਕਿਰਪਾ ਕਰਕੇ ਬਚਾ ਲਓ, ਇਹ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ। ਸੋ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤਿਉਂ ਹਰ ਸਿਉ ਰੰਗ। ਜਿੱਥੇ ਆਪ ਬੈਠੇ ਹੋ, ਇਹ ਵਾਹਿਗੁਰੂ ਨਾਮ ਜਹਾਜ਼ ਹੈ, ਜਿਹੜਾ ਵੀ ਚੜ੍ਹਦਾ ਚੜ੍ਹੇ ਸੋਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ ਪਾਰ ਉਤਾਰਨਹਾਰ। ਗੁਰੂ ਮਲਾਹ ਹੈ ਜੋ ਪਾਰ ਉਤਾਰਨ ਨੂੰ ਸਮਰੱਥ ਹੈ। ਇਹ ਜਹਾਜ਼ ਨਾ ਛੱਡਿਓ, ਫਿਰ ਨਹੀਂ ਆਪਾਂ ਕਿਤੇ ਵੀ ਜਾਂਦੇ। ਜਿਸ ਤਰ੍ਹਾਂ ਵੀ ਭੌਂ ਭਾਂ ਕੇ ਮਹਾਰਾਜ ਦੇ ਚਰਨੀ ਲੱਗੇ ਰਹਾਂਗੇ। ਸੱਚੇ ਪਾਤਸ਼ਾਹ ਨੂੰ ਲਾਜ ਹੈ। ਸਤਿਗੁਰੂ ਸਾਹਿਬ ਕਿਰਪਾ ਕਰਨ ਜੀ, ਭੁੱਲ ਚੋ ਖਿਮਾ ਕਰੋ, ਅੱਗੇ ਤੋਂ ਸਮਤ ਬਖਸ਼ਿਓ। ਪ੍ਰਭੂ ਛੋੜਨ ਲਾਗੈ ਨਰਕ ਸਮਝੀਐ, ਹੋ ਕਿਰਪਾਲ ਦਇਆਲ। ਨਾਨਕ ਭਉ ਭੰਜੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।